शब्दा अवतार बाणी के बोहित चवर छत्र तख्त दे मालक सतगुरु साहिब श्री गुरु ग्रंथ साहिब महाराज जी की पावन हजूरी हाजरियां भर रही गुरु खालसा सतसंगत जी सतगुरां दी अपार बख्शिश सदका आप जी निता प्रति इस समय गुरु दरबार च हाजरी भर के पावन गुरबाणी दे कीर्तन उपरंत लड़ीवार गुरु इतिहास की कथा विचार सरवण करते हो। सतगुरु कलगीधर श्री गुरु गोबिंद सिंह साहिब महाराज जी ने जदों खालसे पंथ का महान प्रताप वधाया, दिनों दिन गुरु की फौजां वध रही हैं, खालसे का प्रताप वध रहा। हजूर ने होले महल्ले की आरंभता दे विच ਜਿਹੜੇ ਜਿਹੜੇ ਸਿੰਘ ਆਉਂਦੇ ਨੇ ਉਹਨਾਂ ਨਾਲ ਹੋਲਾ ਖੇਡਿਆ ਹੈ। ਇਹ ਪਾਵਨ ਪ੍ਰਸੰਗ ਆਪ ਜੀ ਨੇ ਪਿਛਲੇ ਦਿਨਾਂ ਵਿੱਚ ਸਰਵਣ ਕੀਤੇ। ਖਾਲਸੇ ਦਾ ਜਾਹੋ ਜਲਾਲ, ਜਿਸ ਦਾ ਸੁੰਦਰ ਸਰੂਪ, ਇਤਨਾ ਸੁੰਦਰ ਸਰੂਪ ਹੈ ਖਾਲਸੇ ਦਾ ਕਿ ਭਾਈ ਸੁਥਰੇ ਸ਼ਾਹ ਵਰਗੇ ਹੋਰ ਭਾਈ ਨੰਦ ਲਾਲ ਜੀ ਵਰਗੇ ਮਹਾਂਪੁਰਸ਼ਾਂ ਨੇ ਜਿਵੇਂ ਜਿਵੇਂ ਇਸ ਰੰਗ ਨੂੰ ਦੇਖਿਆ, ਉਸ ਦੀ ਪਾਵਨ ਮਹਾਨਤਾ ਆਪ ਨੇ ਪਿਛਲੇ ਪ੍ਰਸੰਗਾਂ 'ਚ ਸਰਵਣ ਕੀਤੀ ਹੈ। ਹੁਣ ਇਹ ਆਰੰਭ ਹੋ ਰਿਹਾ ਅਧਿਆਏ ਜਿਸ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ ਗੁਰਸਿੱਖੀ ਦਾ ਸਰੂਪ, ਜਿਸ ਦੇ ਵਿੱਚ ਗੁਰਸਿੱਖੀ ਦਾ ਰੂਪ ਬੀਜ ਮਹਾਰਾਜ ਨੇ ਸਿੱਖੀ ਦੇ ਵਿੱਚ ਧਾਰਨ ਕੀਤਾ, ਸੰਗਤਾਂ ਨੂੰ ਉਪਦੇਸ਼ ਦਿੱਤੇ। ਪਰ ਅਜੇ ਵੀ ਕੁਝ ਸਿੱਖ ਐਸੇ ਸਨ ਜਿਨ੍ਹਾਂ 'ਚ ਸਮਾਜਿਕ ਕੁਰੀਤੀਆਂ ਬਣੀਆਂ ਹੋਈਆਂ ਸੀ। ਉਹਨਾਂ ਸਮਾਜਿਕ ਕੁਰੀਤੀਆਂ ਨੂੰ ਹਟਾਉਣ ਲਈ ਮਹਾਰਾਜ ਨੇ ਇੱਕ ਰਚਨਾ ਵਿਧੀ ਐਸੀ ਬਣਾਈ। ਹਜੂਰ ਨੇ ਇਹ ਸਿੱਖਾਂ ਨੂੰ ਗਿਆਨ ਦੇਣ ਵਾਸਤੇ ਕਿ ਜਿਹੜੀ ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਸਿੱਖਿਆ ਦੇ ਗਏ ਹਨ, ਉਸ ਸਿੱਖਿਆ ਦੇ ਉੱਤੇ ਗੁਰਸਿੱਖ ਚੱਲ ਸਕਣ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਵੇਂ ਖਾਲਸੇ ਪੰਥ ਦੇ ਪ੍ਰਤਾਪ ਵਿੱਚ ਖਾਲਸੇ ਨੂੰ ਉੱਤਮ ਸ਼ੁਭ ਗੁਣ ਸਿਖਾਏ, ਉੱਥੇ ਕੁਰੀਤੀਆਂ, ਸਮਾਜਿਕ ਰਿਵਾਜ ਜਿਹੜੇ ਸਨ ਉਹ ਦੂਰ ਕਰਕੇ ਸ਼ਸਤਰਧਾਰੀ ਸੂਰਮਾ ਪੰਥ ਬਣਾਇਆ ਹੈ। ਕੱਲ ਜਿਹੜਾ ਦਿਨ ਆ ਰਿਹਾ ਮੀਰੀ ਪੀਰੀ ਦਿਵਸ ਵੀ ਹੈ। ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਜੋ ਸ਼ਸਤਰ ਧਾਰਨ ਕੀਤੇ ਸਨ, ਇਸ ਨੂੰ ਸ਼ਸਤਰ ਧਾਰਨ ਦਿਵਸ ਵੀ ਕਹਿੰਦੇ। ਪੰਚਮ ਪਾਤਸ਼ਾਹ ਤੱਕ ਸੇਲੀ, ਮਾਲਾ, ਮੰਜੀ ਦੀ ਮਰਿਆਦਾ ਸੀ। ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ 5ਵੇਂ ਪਾਤਸ਼ਾਹ ਦਾ ਹੁਕਮ ਸੀ, ਨਈ ਰੀਤ ਇੱਕ ਰਣ ਕੀ ਕੀਜੈ, ਇੱਕ ਨਵੀਂ ਰੀਤ, ਨਵੀਂ ਮਰਿਆਦਾ ਚਲਾਉਣੀ ਹੈ। ਉਹ ਸਿਰਫ ਜੰਗ ਦੀ, ਬਾਕੀ ਗੁਰੂ ਘਰ ਦੀ ਪੁਰਾਤਨ ਮਰਿਆਦਾ ਉਸੇ ਤਰ੍ਹਾਂ ਰਹੇਗੀ। ਪਰ ਨਵੀਂ ਮਰਿਆਦਾ ਸ਼ਸਤਰਧਾਰੀ ਰੱਖਣਾ, ਉਸ ਰੂਪ ਨੂੰ 6ਵੇਂ ਪਾਤਸ਼ਾਹ ਨੇ ਆਰੰਭ ਕੀਤਾ। 7ਵੇਂ ਪਾਤਸ਼ਾਹ ਜੀ ਨੇ ਵੀ 2200 ਘੋੜ ਸਵਾਰ ਰੱਖੇ। ਇੰਨੀਆਂ ਫੌਜਾਂ ਦੇ ਸਹਿਤ ਸ਼ਿਕਾਰ ਚੜ੍ਹਨਾ, ਪਰ ਕਿਸੇ ਜੀਵ ਦਾ ਸੰਘਾਰ ਨਹੀਂ ਸੀ ਕਰਦੇ 7ਵੇਂ ਪਾਤਸ਼ਾਹ। ਦੁਨੀਆ 'ਚ ਸਭ ਤੋਂ ਵੱਖਰਾ ਤੇ ਅਨਿਖੜਵਾਂ ਸ਼ਿਕਾਰ 7ਵੇਂ ਪਾਤਸ਼ਾਹ ਨੇ ਕੀਤੇ ਕਿ ਜੀਆਂ ਨੂੰ ਜੀਂਦੇ ਫੜ ਕੇ ਲਿਆਣਾ, ਸੂਰਮਿਆਂ ਦੇ ਅਭਿਆਸ ਕਰਾਣੇ, ਘੋੜਿਆਂ ਤੇ ਦੜਾਉਣਾ, ਘੋੜਿਆਂ ਤੇ ਬਹਿ ਕੇ ਸ਼ਸਤਰਾਂ ਦੀ ਵਿਦਿਆ ਦਾ ਅਭਿਆਸ ਹੋਣਾ। ਇਹ ਸੰਗਤ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਚਰਜ ਬਿਦਤਿਓ ਪੰਥ ਜਗ, ਕਿਸੋਂ ਨ ਮਾਨੈ ਕਾਨ। गुरु गोबिंद सिंह साहब महाराज जी ने प्रगट्यो खालसा परमात्म की मौज। बड़ा आश्चर्यमयी ये खालसा पंथ साजिया, जिहड़ा खालसा पंथ किसे दी कान कनोट नहीं करता, किसे दी कान नहीं।
ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਆਪ ਆਪਣੀ ਬਾਣੀ 'ਚ ਬਚਨ ਸਿਖਾਇਆ। ਇਹ ਸੰਗਤ ਨੂੰ ਸਿੱਖਾਂ ਵਾਸਤੇ ਸਤਿਗੁਰਾਂ ਨੇ ਸ਼ਬਦ ਕਹੇ ਹਨ। ਕਿਸੂ ਨਾ ਕਾਨ ਰਾਖ ਹੋ, ਕਹਿਓ ਪ੍ਰਭੂ ਸੋ ਭਾਖ ਹੋ। ਮਹਾਰਾਜ ਕਹਿੰਦੇ ਮੈਂ ਕਿਸੇ ਦੀ ਕਾਨ ਕਨੋਟ ਨਹੀਂ ਕਰਨੀ ਕਿ ਮੈਂ ਇਦਾਂ ਕਹਿ ਦਿੱਤਾ ਤੇ ਫਲਾਣੇ ਰੁੱਸ ਜਾਣਗੇ। ਸਤਿਗੁਰੂ ਕਹਿੰਦੇ ਜਟਾ ਨਾ ਸੀਸ ਧਾਰ ਹੋ, ਨਾ ਮੁੰਦਰ ਕਾ ਸਵਾਰ ਹੋ। ਮੈਂ ਜਟਾਵਾਂ ਨਹੀਂ ਰਖਾਣੀਆਂ, ਸਿਰ ਤੇ ਜਟਾਵਾਂ ਤੇ ਜਾਂ ਮੁੰਡਨ ਕਰ ਲੈਣਾ ਜਾਂ ਕੰਨਾਂ 'ਚ ਮੁੰਦਰਾਂ ਪਾ ਲੈਣੀਆਂ। ਜਪੋ ਤਾਸ ਨਾਮੰ, ਕਿਹੜਾ ਧਰਮ ਚਲਾਣਾ? ਅਕਾਲ ਪੁਰਖ ਜੀ ਦੇ ਨਾਮ ਦਾ, ਉਹਦੀ ਬੰਦਗੀ ਦਾ, ਉਹਦੇ ਸਿਮਰਨ ਦਾ, ਔਰ ਭਰਮਾਂ ਚੋਂ ਕੱਢ ਕੇ। ਤੇ ਜੇ ਕੋਈ ਆਖੇ ਉਹਦੀ ਕਾਣ ਨਹੀਂ ਰੱਖਣੀ। ਐਸਾ ਅਚਰਜਮਈ ਪੰਥ ਜਿਹੜਾ ਕਿਸੇ ਦੀ ਕਾਣ ਨਹੀਂ ਕਰਦਾ, ਐਸਾ ਖਾਲਸਾ ਪੰਥ ਸਤਿਗੁਰਾਂ ਨੇ ਜਦੋਂ ਸਜਾਇਆ, ਜਿਸ ਦੀ ਮਹਾਨਤਾ ਸਾਰੇ ਜਗਤ ਵਿੱਚ ਅਚਰਜਤਾ ਵਾਲੀ ਹੈ। ਦੇਗ ਤੇਗ ਕੇ ਬਾਲੀ ਵੱਡ, ਬਾਂਕੇ ਵੀਰ ਸੁਜਾਨ। ਦੇਗਾਂ ਤੇਗਾਂ ਦੇ ਮਹਾਨ ਬਲੀ ਸੂਰਮੇ, ਦੇਗ ਵਿੱਚ ਵੀ ਪੂਰੇ, ਲੰਗਰ ਲਾਣ ਵਿੱਚ, ਦੇਗਾਂ ਵਿੱਚ ਹਰ ਸਮੇਂ ਕੋਈ ਆ ਜਾਵੇ ਉਸ ਦੇ ਉੱਪਰ ਦਇਆ ਕਰਨ ਵਾਲੇ। ਤੇਗਾਂ ਦੇ ਜੰਗ ਦੇ ਮੈਦਾਨ ਵਿੱਚ ਕੋਈ ਚੜ੍ਹ ਕੇ ਆ ਜਾਵੇ, ਉਹਦੇ ਉੱਪਰ ਵੀ ਪੂਰੇ ਨਿਬੜਨ ਵਾਲੇ। ਇਹ ਖਾਲਸਾ ਪੰਥ ਜਿਹਦਾ ਬਾਂਕੇ ਬਲੀ। ਕਿਹੋ ਜਿਹੇ ਬਾਂਕੇ ਬਲੀ? ਮਹਾਰਾਜ ਆਪਣੇ ਸਿੰਘ ਦਾ ਨਾਮ ਹੀ ਨੱਚਣਾ ਸਿੰਘ ਰੱਖ ਦਿੱਤਾ। ਧੰਨ ਭਾਈ ਆਲਮ ਸਿੰਘ। ਕਿੰਨੇ ਕੁ ਛੈਲ ਛਬੀਲੇ ਹੋਣਗੇ, ਕਿੰਨੀ ਕੁ ਉਹਨਾਂ ਦੀ ਜੀਵਨ ਦੀ ਮਹਾਨਤਾ। ਜਿੰਨਾ ਚਿਰ ਹਜ਼ੂਰ ਕਲਗੀਧਰ ਜੀ ਦੇ ਨਾਲ ਰਹੇ, ਸਾਰਾ ਜੀਵਨ ਸੌਂ ਕੇ ਨਹੀਂ ਵੇਖਿਆ। ਦਿਨੇ ਮਹਾਰਾਜ ਦੇ ਗੜਵਈ ਬਣ ਕੇ ਰਹਿਣਾ ਤੇ ਰਾਤ ਦੇ ਸਮੇਂ ਪਹਿਰਾ ਦੇਣਾ। ਸਤਿਗੁਰੂ ਆਪਣੀ ਬਾਣੀ 'ਚ ਵੀ ਲਿਖਦੇ, ਆਨ ਆਲਮੈ ਹਮੈ ਜਗਾਇਓ। ਪਹਿਰੇਦਾਰ ਸਨ, ਰਾਤ ਦੇ ਸਮੇਂ ਪਹਿਰਾ ਦਿੰਦੇ ਸਨ। ਤੇ ਜਿਸ ਸਮੇਂ ਦਿਨੇ ਗੜਵਾ ਫੜ ਕੇ ਗੁਰੂ ਦੀ ਹਜ਼ੂਰੀ 'ਚ ਰਹਿਣਾ। ਕਿੱਡਾ ਕੁ ਜੀਵਨ ਹੋਵੇਗਾ ਭਾਈ ਆਲਮ ਸਿੰਘ ਜੀ ਦਾ, ਬਾਂਕੇ ਬਲੀ। ਜਦੋਂ ਜੰਗ 'ਚ ਜੂਝਦੇ ਤੇ ਸੰਗਤ ਜੀ ਇਸ ਤਰ੍ਹਾਂ ਦੇ ਛਾਲਾ ਮਾਰ ਮਾਰ ਕੇ ਜੰਗ ਲੜਦੇ। ਮਹਾਰਾਜ ਨੇ ਨਾਮ ਹੀ ਉਹਨਾਂ ਦਾ ਆਲਮ ਸਿੰਘ ਨੱਚਣਾ ਰੱਖ ਦਿੱਤਾ ਸੀ। ਭਾਈ ਬਚਿੱਤਰ ਸਿੰਘ ਜੀ ਵਰਗੇ ਬੜੇ ਬੜੇ ਸੂਰਮੇ, ਗੁਰੂ ਕੇ ਛੈਲ ਛਬੀਲੇ, ਬਾਂਕੇ ਬਲੀ, ਇਹੋ ਜਿਹੇ ਸਿੰਘ ਜਿਨ੍ਹਾਂ ਦੇ ਨੇਤਰ ਹੈ ਲਾਲ, ਅੱਖਾਂ ਜਿਨ੍ਹਾਂ ਦੀਆਂ ਲਾਲ ਰਹਿੰਦੀਆਂ ਹਨ, ਮੁਸ਼ਹਿਰੇ ਮੁੱਛਾਂ ਜਿਹੜੀਆਂ ਹਮੇਸ਼ਾ ਚੜੇ ਰਹਿੰਦੇ ਹਨ, ਤੇ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ, ਗੱਜ ਗੱਜ ਬਾਣੀ ਪੜ੍ਹੈ ਦੁਸ਼ਟਾਂ ਕੋ ਚੀਰ ਹੈ। ਗੱਜ ਗੱਜ ਕੇ ਬਾਣੀ ਪੜ੍ਹਨ ਵਾਲੇ, ਉੱਚੀ ਉੱਚੀ ਸ੍ਰੀ ਆਦ ਬਾਣੀ, ਤੇਜ ਤੇਜ ਜੋ ਚੰਡੀ ਬਾਣੀ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਗੱਜਣ ਵਾਲੇ ਗੁਰਸਿੱਖ ਤੇ ਛੈਲ ਛਬੀਲੇ, ਇਹੋ ਜਿਹਾ ਖਾਲਸਾ ਪੰਥ ਦਿਨੋਂ ਦਿਨ ਘੋੜਿਆਂ ਤੇ ਚੜ੍ਹਦੇ ਸੀ, ਸਵਾਰ ਹੁੰਦੇ ਸੀ। ਚੌਪਈ ਕਹਿਓ ਕਿਸੂ ਕੋ ਕਿਉਂ ਨ ਮਾਨੈ। ਕਿਸੇ ਨੇ ਕੁਝ ਕਿਹਾ, ਆਹ ਕੰਮ ਕਰਨਾ ਚਾਹੀਦਾ ਜੀ। ਇੱਕ ਅਕਾਲ ਪੁਰਖ ਜੀ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਕਿਸੇ ਹੋਰ ਦੀ ਜ਼ਮੀਨ ਨਹੀਂ ਮੰਨਦੇ। ਗੋਰ ਮੜੀ ਨੇ ਅਨਾਦਰ ਠਾਨੇ। ਮੜੀਆਂ ਕਬਰਾਂ, ਜਿਸ ਨੂੰ ਖਾਲਸਾ ਕਦੇ ਆਦਰ ਨਹੀਂ ਦਿੰਦਾ। ਇਹ ਸਿੰਘ ਦਾ ਸਰੂਪ ਹੀ ਐਸਾ ਹੈ। ਮੜੀਆਂ ਕਬਰਾਂ ਵੱਲ ਮਹਾਰਾਜ ਕਲਗੀਧਰ ਜੀ ਦਾ ਬਚਨ ਹੈ ਕਿ ਖਾਲਸਾ ਨਾ ਜਾਵੇ। ਸੋ ਕਹਿੰਦੇ ਇਹੋ ਜਿਹੇ ਸਿੰਘ ਹਨ ਜੋ ਮੜੀਆਂ ਕਬਰਾਂ ਤੇ ਪੂਜਦੇ ਨਹੀਂ। ਗੁਰ ਕੀ ਆਇਸ ਕੋ ਦਿੜ ਰਾਖੇ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਗਿਆ, ਮਹਾਰਾਜ ਦੇ ਹੁਕਮ ਤੇ ਪੱਕੇ ਰਹਿੰਦੇ ਹਨ। ਸਦਾ ਜੰਗ ਕੋ ਓਰਿਆ ਬਿਲਾਖੇ। ਤੇ ਜਿਹੜੇ ਸਿੰਘ ਹਰ ਸਮੇਂ ਇੱਕੋ ਇੱਛਾ ਰਹਿੰਦੀ ਹੈ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਹਰ ਸਮੇਂ ਜੰਗ ਦੇ ਬਿਲਾਖੀ ਰਹਿੰਦੇ ਨੇ। ਉੱਚੋ ਮਤ ਸਭ ਤੇ ਸੋਚ ਰਹੇ। ਮਤ ਵੀ ਉੱਚੀ ਹੈ। ਕਿੰਨੀ ਕੁ ਉੱਚੀ ਮਤ ਹੈ ਸ੍ਰੇਸ਼ਟ ਗੁਰੂ ਖਾਲਸੇ ਪੰਥ ਦੀ। ਕਿੰਨੀ ਕੁ ਬਰੀਕੀ ਹੈ ਸੰਗਤ ਜੀ। ਬਹੁਤ ਇਤਿਹਾਸ ਪ੍ਰਸੰਗ ਹਨ। ਸੁੱਚੀ ਸੁਚਮਤਾ ਵੀ ਪੂਰਨ ਹੈ। ਤਰਕ ਤੁਰਕ ਹਿੰਦੂਆਂ ਪਰ ਕਹੈ। ਤੇ ਜਿਹੜੇ ਹਿੰਦੂ ਤੁਰਕ ਹਨ ਉਹਨਾਂ ਵੱਲ ਤਰਕ ਰੱਖਦੇ। ਭਾਵ ਹਿੰਦੂ ਤੁਰਕ ਦੇ ਜਿਹੜੇ ਅਗਿਆਨ ਵਿੱਚ ਕਰਮ ਕਰ ਰਹੇ, ਖਾਲਸਾ ਉਸ ਅਗਿਆਨ ਦੇ ਕਰਮਾਂ ਵਿੱਚ ਨਹੀਂ ਫਸਦਾ। ਨਿਸ ਦਿਨ ਭਜਨ
निस देख जगत के लोक खिसाने। ਜਿਸ ਖਾਲਸੇ ਦੇ ਰੂਪ ਨੂੰ ਦੇਖ ਕੇ ਜਗਤ ਦੇ ਲੋਕ ਖਿੱਚਦੇ ਹਨ, ਲੋਕਾਂ ਨੂੰ ਖਿਜਾਹਟ ਪੈਦਾ ਹੁੰਦੀ ਹੈ, ਅੰਦਰੋਂ ਅੰਦਰ ਸੜਦੇ ਨੇ ਖਾਲਸੇ ਨੂੰ ਦੇਖ ਕੇ। ਮਹਾਰਾਜ ਦਾ ਇੱਕ ਬਚਨ ਆਉਂਦਾ, ਸਤਿਗੁਰੂ ਕਹਿੰਦੇ ਸਿੰਘੋ ਇਹ ਜਿਹੜੇ ਲੋਕ ਹਨ ਨਾ, ਇਹਨਾਂ ਦੀਆਂ ਅੱਖਾਂ ਦੇ ਵਿੱਚ ਖਾਲਸਾ ਪੰਥ ਰਿੜਦਾ ਰਹੇਗਾ। ਜਿਵੇਂ ਤਿਣਕਾ ਅੱਖ 'ਚ ਪੈ ਜਾਏ ਨਾ, ਉਹ ਰਿੜਕਦਾ ਰਹਿੰਦਾ, ਇਦਾਂ ਗੁਰੂ ਕਾ ਖਾਲਸਾ ਇਹਨਾਂ ਦੋਵਾਂ ਹਿੰਦੂ ਤੁਰਕ ਦੋਵਾਂ ਦੀਆਂ ਅੱਖਾਂ 'ਚ, ਦੋ ਅੱਖਾਂ ਹੁੰਦੀਆਂ ਜਗਤ ਦੀਆਂ, ਦੋ ਅੱਖਾਂ ਨੇ ਹਿੰਦੂ ਤੇ ਤੁਰਕ ਦੀਆਂ। ਗੁਰੂ ਕਾ ਖਾਲਸਾ ਪੰਥ ਇਹਨਾਂ ਹੰਕਾਰੀਆਂ ਲੋਕਾਂ ਦੀਆਂ ਅੱਖਾਂ ਵਿੱਚ ਰਿੜਕਦਾ ਰਹੇਗਾ। ਆਪਣੇ ਤੇ ਆਚਾਰ ਸ਼ੁਭ ਜਾਣੇ। ਖਾਲਸਾ ਜਿਹੜਾ ਹੈ ਆਪਣੇ ਗੁਰੂ ਦੇ ਸ਼ੁਭ ਆਚਰਨ ਨੂੰ ਕਮਾਉਂਦਾ ਹੈ ਤੇ ਆਪਣੇ ਗੁਰੂ ਦੇ ਬਖਸ਼ੇ ਹੋਏ ਉਪਦੇਸ਼ ਨੂੰ ਸ਼ੁਭ ਜਾਣ ਕੇ ਕਮਾਉਂਦਾ ਹੈ। ਨਿਸ ਦਿਨ ਭਜਨ ਪ੍ਰਤਾਪ ਬਧੰਤਾ। ਦਿਨੋ ਦਿਨ ਭਜਨ ਬਾਣੀ ਦਾ ਪ੍ਰਤਾਪ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੰਗਤ ਜੀ ਇੰਨਾ ਕੁ ਗੁਰੂ ਕੇ ਸਿੱਖਾਂ ਦਾ ਨਿਤਨੇਮ ਅੱਜ ਤਾਂ ਸੰਗਤ ਜੀ ਨਾ ਤੇ ਕਰਨ ਵਾਲੇ ਕਰਦੇ ਹਨ, ਸਗੋਂ ਅੱਗੋਂ ਸਾਡੇ ਵਰਗੇ ਕਹਿੰਦੇ ਇਹ ਵੀ ਘਟਾ ਦਿਓ, ਇਹ ਵੀ ਨਿਤਨੇਮ ਨਾ ਕਰੋ, ਇਹ ਵੀ ਬਾਣੀ ਨਹੀਂ ਪੜ੍ਹਨੀ, ਉਹ ਵੀ ਨਹੀਂ ਪੜ੍ਹਨੀ। ਬੜਾ ਸੌਖਾ ਹੈ ਨਾ ਪੜ੍ਹਨੀ ਕਹਿਣਾ, ਤੇ ਪੜ੍ਹਨ ਵਾਲੇ ਜਿਹੜੇ ਨਹੀਂ ਵੀ ਪੜ੍ਹਨਾ ਉਹ ਜਿੱਦੜ ਵੀ ਕਹੀ ਜਾਣਗੇ ਨਹੀਂ ਜੀ ਅਸੀਂ ਪੜ੍ਹਨੀ। ਪੜ੍ਹਨਾ ਉਹਨਾਂ ਵਿੱਚ ਕੋਈ ਨਹੀਂ, ਆਪਸ ਵਿੱਚ ਲੜਨਾ। ਖਾਲਸੇ ਦਾ ਨੇਮ ਤਾਂ ਇਹ ਹੈ ਦਿਨ ਰਾਤ ਭਜਨ ਬਾਣੀ ਸਿਮਰਨ। ਵਾਹਿਗੁਰੂ ਦੇ ਪ੍ਰੇਮ ਵਿੱਚ ਕਿਤੇ ਬਾਣੀ ਪ੍ਰੇਮ ਨਾਲ ਪੜ੍ਹਦੇ ਹਨ ਗੁਰਸਿੱਖ। ਸਤਨਾਮ ਸਿਮਰੇ ਸੁਖਵੰਤਾ। ਬਾਣੀ ਪੜ੍ਹਨੀ, ਪਰਮੇਸ਼ਰ ਦੇ ਨਾਮ ਨੂੰ ਸੁਖਵੰਤਾ, ਜੋ ਸੁਖ ਦੇਣ ਵਾਲਾ ਨਾਮ ਹੈ, ਉਹ ਜਪਦੇ ਨੇ। ਹਿੰਦੂ ਤੁਰਕ ਹੀਰ ਦੁੱਖ ਪਾਵੇ। ਜਿਹੜੇ ਹਿੰਦੂ ਤੁਰਕ ਨੇ ਉਹ ਵੇਖ ਵੇਖ ਕੇ ਸੜਦੇ ਹਨ। ਕਿਉਂ ਦੁਖੀ ਹੁੰਦੇ? ਕਿਉਂਕਿ ਸੰਗਤ ਜੀ ਹਿੰਦੂਆਂ ਨੂੰ ਲੱਗਦਾ ਸੀ ਸਾਡੀ ਮਰਿਆਦਾ ਛੱਡੀ ਜਾਂਦੇ, ਇਹ ਸਾਡੇ ਵਿੱਚੋਂ ਸਨ, ਇਹਨਾਂ ਨੇ ਆਪਣੇ ਆਪਣੇ ਧਰਮ ਚਲਾ ਲਏ ਨੇ, ਸਾਡੇ ਵਾਂਗੂ ਕਰਮ ਨਹੀਂ ਕਰਦੇ। ਤੇ ਤੁਰਕ ਜਿਹੜੇ ਸੀ ਉਹ ਵੀ ਵੇਖ ਕੇ ਸੜਦੇ ਨੇ ਵੀ ਸਾਡੇ ਸਾਹਮਣੇ ਰਾਜ ਸਾਡਾ, ਇਹ ਘੋੜਿਆਂ ਤੇ ਚੜ੍ਹ ਕੇ ਜਕਾਰੇ ਛੱਡਦੇ ਨੇ, ਨਗਾਰੇ ਵਜਾਉਂਦੇ ਨੇ। ਤੇ ਸਿੰਘਾਂ ਦਾ ਇਹ ਰੂਪ ਵੇਖ ਕੇ ਤੁਰਕ ਵੀ ਸੜਦੇ ਸਨ। ਸ਼ੁਭ ਸਰੂਪ ਚਿਤ ਜਰਿਓ ਨ ਜਾਵੇ। ਕਹਿੰਦੇ ਸ਼ੁਭ ਸਰੂਪ ਹੈ ਖਾਲਸੇ ਪੰਥ ਦਾ। ਨੀਲੇ ਬਾਣੇ ਸਿੰਘਾਂ ਨੇ ਸਜਾਏ, ਦਮਾਲੇ ਸਜਾ ਕੇ, ਸ਼ਸਤਰ ਸਜਾ ਕੇ, ਗੁਰੂ ਦੀ ਆਗਿਆ ਦੇ ਵਿੱਚ ਘੋੜਿਆਂ ਤੇ ਚੜ੍ਹਦੇ ਨਗਾਰੇ ਵਜਾਉਂਦੇ ਹਨ, ਅਕਾਲ ਕਾਲ ਦੇ ਜਕਾਰੇ ਛੱਡਦੇ ਨੇ। ਜਥਾ ਆਂਖ ਮੈਂ ਤ੍ਰਿਣ ਪਰ ਜਾਏ। ਕਹਿੰਦੇ ਦੇਖੋ ਜਿਵੇਂ ਕਿਸੇ ਦੀ ਅੱਖ ਵਿੱਚ ਤਿਣਕਾ ਪੈ ਜਾਏ ਨਾ, ਏਦਾਂ ਉਹ ਬੰਦੇ ਤੋਂ ਜਰਿਆ ਨਹੀਂ ਜਾਂਦਾ, ਸਹਾਰਿਆ ਨਹੀਂ ਜਾਂਦਾ। ਏਦਾਂ ਅੱਜ ਹਿੰਦੂ ਤੁਰਕ ਦੋਵਾਂ ਅੱਖਾਂ ਦੇ ਵਿੱਚ, ਦੋਹਾਂ ਦ੍ਰਿਸ਼ਟੀਆਂ ਦੇ ਵਿੱਚ ਇਹ ਗੁਰੂ ਕਾ ਖਾਲਸਾ ਪੰਥ ਤਿਣਕੇ ਵਾਂਗੂ ਚੁੱਭ ਰਿਹਾ ਹੈ। ਚੁੱਭਤ ਅਧਿਕ ਨੇ ਨਿਕਸਨ ਪਾਏ। ਜਿਹੜਾ ਤਿਣਕਾ ਬਹੁਤ ਬਰੀਕ ਹੋਵੇ ਉਹ ਅੰਦਰ ਵੜ ਜਾਵੇ ਅੱਖ ਦੇ, ਉਹ ਚੁੱਭਦਾ ਰਹਿੰਦਾ, ਰਿੜਕਦਾ ਰਹਿੰਦਾ, ਤੇ ਜਦੋਂ ਤੱਕ ਨਾ ਨਿਕਲੇ ਅੱਖਾਂ ਤੜਫਦੀਆਂ ਹਨ। ਇੱਕ ਦਿਨ ਸ਼੍ਰੀ ਕਲਗੀਧਰ ਪਾਸ। ਇੱਕ ਦਿਨ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਏ ਬਿਰਤੰਤ ਬੋ ਕਰੇ ਪ੍ਰਕਾਸ਼। ਇਸ ਤਰ੍ਹਾਂ ਦੇ ਬਿਰਤਾਂਤ ਗੁਰਸਿੱਖਾਂ ਨੇ ਆ ਕਹੇ। ਸੁਨ ਕਰ ਸ਼੍ਰੀ ਮੁਖ ਤੇ ਬਿਕਸਾਏ। ਜਿਹੜੇ ਲੋਕੀ ਹਿੰਦੂ ਸਿੱਖ ਆਲੇ ਦੁਆਲੇ ਗੁਰਸਿੱਖ ਪਿੰਡਾਂ 'ਚ ਰਹਿੰਦੇ ਸੀ, ਸ਼ਹਿਰਾਂ 'ਚ ਰਹਿੰਦੇ ਸੀ, ਲੋਕੀ ਵੇਖ ਕੇ ਜੜਦੇ ਸੜਦੇ ਸੀ ਅੰਦਰੋਂ। ਜਦੋਂ ਸੜਦੇ ਨੇ ਸਿੰਘ ਆ ਕੇ ਦੱਸਦੇ ਨੇ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸਿੰਘਾਂ ਕੋਲੋਂ ਇਹ ਸ਼ਬਦ ਸੁਣ ਕੇ ਵੀ ਸਮਾਜ ਜਿਹੜਾ ਆਲਾ ਦੁਆਲਾ ਗੁਰੂ ਕੇ ਖਾਲਸੇ ਪੰਥ ਨੂੰ ਵੇਖ ਕੇ ਸੜਨ ਲੱਗ ਪਏ। ਮਹਾਰਾਜ ਦੇਖ ਕੇ ਸਿੰਘਾਂ ਵੱਲ ਬਿਕਸਾਏ, ਪ੍ਰਸੰਨ ਹੋਏ, ਮੁਸਕਰਾ ਕੇ ਸਤਿਗੁਰੂ ਸਰਬ ਸਰੀਰ ਬੀਰ ਰਸ ਛਾਏ। ਸਾਰੇ ਸਰੀਰ ਦੇ ਵਿੱਚ ਬੀਰ ਰਸ ਛਾਇਆ ਹੋਇਆ ਹੈ। ਬੀਰ ਰਸ ਦਾ ਸਰੂਪ ਹੀ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਬੜੇ ਬੀਰ ਰਸ ਵਿੱਚ ਆ ਕਰਕੇ ਬਿਕਸਤ ਬੋਲੇ ਬਚਨ ਕਿਰਪਾਲੂ। ਮੁਸਕਰਾਉਂਦੇ ਹੋਏ ਕਿਰਪਾ ਦੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਬੋਲੇ। ਦੋਵੇਂ ਆਖਨ ਤ੍ਰਿਣ ਪਰਿਓ ਬਿਸਾਲੂ। ਮਹਾਰਾਜ ਕਹਿੰਦੇ ਦੋਵੇਂ ਅੱਖਾਂ ਦੇ ਵਿੱਚ ਇਹ ਤਿਣਕਾ ਪੈ ਚੁੱਕਾ ਹੈ। ਪਰਿਓ ਸੋ ਪਰਿਓ ਨਾ ਨਿਕਸਨ ਹੋਵੇ।
ਖਾਲਸਾ ਜੀ ਫਿਕਰ ਨਾ ਕਰੋ, ਇਹ ਪੈ ਗਿਆ ਸੋ ਪਿਆ ਰਹਿਣਾ। ਇਹਨਾਂ ਦੀਆਂ ਅੱਖਾਂ ਦੇ ਵਿੱਚ ਤਿਣਕਾ ਪੈ ਗਿਆ ਹੰਕਾਰੀਆਂ ਦੇ, ਜਿਹੜੇ ਸੋਚਦੇ ਸਨ ਕਿ ਅਸੀਂ ਆਪਣੇ ਰਾਜ ਵਿੱਚ ਮਸਤ ਹਾਂ। ਉਹਨਾਂ ਨੂੰ ਹੋਰ ਕਿਸੇ ਨੂੰ ਆਪਣੇ ਦੇ ਸਾਹਮਣੇ ਨਜ਼ਰ ਨਹੀਂ ਸੀ ਲਿਆਂਦੇ। ਪਹਾੜੀ ਰਾਜੇ ਵਰਗੇ ਵੱਡੇ ਵੱਡੇ ਚੌਧਰੀ, ਖਾਨ, ਬਹਾਦਰ ਖਵਾਨ ਵਾਲੇ, ਖਾਨ ਸੁਲਤਾਨ ਜਿਨ੍ਹਾਂ ਦੇ ਨਾਮ ਸੀ, ਅੱਜ ਉਹਨਾਂ ਦੀਆਂ ਅੱਖਾਂ ਵਿੱਚ ਰੜਕ ਰਿਹਾ ਹੈ। ਖਾਲਸੇ ਪੰਥ ਦਾ ਸਰੂਪ ਇਹਨਾਂ ਦੀਆਂ ਅੱਖਾਂ 'ਚ ਰੜਕਦਾ, ਇਹ ਪਿਆ ਹੀ ਰਹਿਣਾ ਹੈ ਤੇ ਦਿਨੋ ਦਿਨ ਇਹਨਾਂ ਦੀਆਂ ਅੱਖਾਂ ਨੂੰ ਦੁੱਖ ਦੇਵੇਗਾ। ਰੈਣ ਦਿਨਾ ਜਿਉ ਜਲ ਤਜ ਰੋਵੈ, ਜਿਹਦੀ ਅੱਖ ਵਿੱਚ ਤਿਣਕਾ ਪਿਆ ਉਹ ਸਾਰਾ ਦਿਨ ਰਾਤ ਅੱਖਾਂ 'ਚੋਂ ਪਾਣੀ ਗੇਰਦਾ ਰਹਿੰਦਾ, ਪਾਣੀ ਨਿਕਲਦਾ ਰਹਿੰਦਾ, ਰੋਂਦਾ ਰਹਿੰਦਾ ਹੈ। ਫੂਟ ਜਾਏਗੀ ਦੁਸ਼ਟ ਨੇ ਆਂਖ, ਜਿਹੜੇ ਦੁਸ਼ਟ ਦ੍ਰਿਸ਼ਟੀ ਵਾਲੇ ਨੇ ਉਹਨਾਂ ਦੀਆਂ ਅੱਖਾਂ ਆਪੇ ਹੀ ਫੁੱਟ ਜਾਣੀਆਂ। ਦੁਸ਼ਟ ਨੂੰ ਮਾਰਨ ਨੂੰ, ਪਾਪੀ ਕੇ ਮਾਰਨੇ ਕੋ ਪਾਪ ਮਹਬਲੀ ਹੈ। ਇਹੋ ਜਿਹੇ ਦੁਸ਼ਟਾਂ ਨੂੰ ਆਪਣੇ ਆਪ ਇਹਨਾਂ ਦੇ ਕਰਮ ਹੀ ਸਾੜ ਦੇਣਗੇ। ਸੰਗਤ ਜੀ, ਸਾਧੂ ਪੁਰਖ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈ ਜਾਂਦਾ। ਦੁਨੀਆ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਹਮੇਸ਼ਾ ਦੋਸ਼ ਦ੍ਰਿਸ਼ਟੀ ਹੁੰਦੀ ਹੈ। ਸੋ ਇਹੋ ਜਿਹੇ ਦੋਸ਼ ਦੇਖਣ ਵਾਲੇ ਲੋਕ ਦਿਨੋ ਦਿਨ ਸੜਦੇ ਰਹਿਣਗੇ। ਇਹਨਾਂ ਦੀਆਂ ਅੱਖਾਂ ਫੁੱਟਣ ਦਾ ਮਤਲਬ ਕੀ ਹੈ? ਵੀ ਜਿਹੜੀ ਇਹਨਾਂ ਦੀ ਦੋਸ਼ ਦ੍ਰਿਸ਼ਟੀ ਬਣ ਗਈ ਹੈ ਉਹ ਉਹਦੇ ਵਿੱਚੋਂ ਹੀ ਦੁਖੀ ਹੋਣਗੇ। ਅੰਧੇ ਹੋਏ ਨਾ ਪੁਰਵੈ ਕਾਂਖ, ਅਗਿਆਨੀ ਹਨ, ਅੰਧੇ ਹਨ, ਅੰਨੇ ਹੋ ਕੇ ਇਹੋ ਜਿਹੇ ਲੋਕ ਤੜਫਦੇ ਰਹਿਣਗੇ ਜਿਹੜੇ ਖਾਲਸੇ ਦੀ ਮਹਾਨਤਾ ਨਹੀਂ ਜਾਣਦੇ। ਇਹੀ ਖਾਲਸਾ ਹੈ ਜਿਸ ਨੇ ਸੰਗਤ ਜੀ ਹਿੰਦੂ ਤੁਰਕ ਦੋਹਾਂ ਦੀ ਪੱਤ ਰੱਖੀ ਹੈ। ਅੱਜ ਤੱਕ ਇਤਿਹਾਸ ਵੇਖ ਲਓ, ਖਾਲਸੇ ਪੰਥ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇੱਕ ਮੁਸਲਮਾਨ ਦੀ ਧੀ ਹੀ ਬਚਾ ਕੇ ਲਿਆਉਂਦੇ। ਕਿੰਨੀ ਵੱਡੀ ਕਿਰਪਾ ਕੀਤੀ ਕਿ ਉਸ ਮੁਸਲਮਾਨ ਨੂੰ ਇਹ ਵੇਖਿਆ ਕਿ ਮੁਸਲਮਾਨ ਹੈ ਜਾਂ ਹਿੰਦੂ ਹੈ ਜਾਂ ਸਿੱਖ ਹੈ। ਸੋ ਖਾਲਸਾ ਪੰਥ ਤਾਂ ਜਗਤ ਦੀ ਰੱਖਿਆ ਵਾਲਾ ਹੈ। ਪਰ ਹੰਕਾਰੀ ਜਿਹੜੇ ਲੋਕ ਮਾਣ ਕਰਦੇ ਨੇ, ਉਹਨਾਂ ਹੰਕਾਰੀਆਂ ਦੀਆਂ ਅੱਖਾਂ ਵਿੱਚ ਖਾਲਸਾ ਰੜਕਦਾ ਰਹੇਗਾ। ਮਹਾਰਾਜ ਕਹਿੰਦੇ ਦਿਨੋ ਦਿਨ ਅੰਧੇ ਹੋਏ ਨਾ ਪੁਰਵੈ ਕਾਂਖ। ਇਹਨਾਂ ਦੀਆਂ ਇੱਛਾਵਾਂ ਜਿਹੜੀਆਂ ਨਾ ਵੀ ਖਾਲਸੇ ਨੂੰ ਸਮਾਪਤ ਕਰਨ ਦੀਆਂ, ਇਹ ਕਦੇ ਨਹੀਂ ਪੂਰੀਆਂ ਹੋਣਗੀਆਂ। ਇਹ ਰੜਕਦੇ ਰਹਿਣਗੀਆਂ ਖਾਲਸਾ ਪੰਥ ਇਹਨਾਂ ਦੀਆਂ ਅੱਖਾਂ 'ਚ। ਕਰਤ ਉਪਾਏ ਦੁਸ਼ਟ ਦੁਖ ਭਰੇ, ਉਪਾਅ ਕਰਦੇ ਰਹਿਣਗੇ, ਇਹੋ ਜਿਹੇ ਦੁਸ਼ਟ ਦੁਖੀ ਹੋ ਕੇ ਜਾਣਗੇ। ਪਲ ਪਲ ਬਿਕੇ ਸਵਈਆ ਚਰੇ, ਪਲ ਪਲ ਹਰ ਸਮੇਂ ਵਿੱਚ ਖਾਲਸਾ ਸਵਾ ਗੁਣਾ ਵਧੇਗਾ। ਦਿਨੋ ਦਿਨ ਖਾਲਸੇ ਪੰਥ ਦੀ ਮਹਾਨਤਾ ਵਧਣੀ। ਹਰ ਸਾਲ ਸੰਗਤ ਜੀ ਜਦੋਂ ਹੋਲੇ ਮਹੱਲੇ ਤੇ ਆਪ ਜੀ ਜਾਂਦੇ ਹੋ, ਦਿਨੋ ਦਿਨ ਫੌਜਾਂ ਦਿਨੋ ਦਿਨ ਵੱਧਦੀਆਂ ਜਾਂਦੀਆਂ। ਜਦੋਂ ਨੀਲੇ ਬਾਣੇ ਗੁਰੂ ਕੇ ਸਿੰਘ ਘੋੜਿਆਂ ਤੇ ਚੜੇ, ਸ਼ਸਤਰ ਬਸਤਰ ਸਜਾ ਕਰਕੇ ਫੌਜਾਂ ਦਿਨੋ ਦਿਨ ਆਉਂਦੀਆਂ। ਗੁਰੂ ਕੇ ਖਾਲਸੇ ਪੰਥ ਦਾ ਹੋਲੇ ਮਹੱਲੇ 'ਚ ਪਤਾ ਲੱਗਦਾ ਵੀ ਖਾਲਸਾ ਉਸੇ ਤਰ੍ਹਾਂ ਤਿਆਰ ਬਰ ਤਿਆਰ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪ੍ਰਤਾਪ ਦਿਨੋ ਦਿਨ ਹੀ ਵਧਣਾ। ਸਤਿਗੁਰੂ ਕਹਿੰਦੇ ਹਰ ਸਮੇਂ ਸਵਈਆ ਸਵਾ ਗੁਣਾ ਵੱਧਦਾ ਜਾਵੇਗਾ ਪ੍ਰਤਾਪ। ਹਿੰਦੂ ਤੁਰਕਨ ਕੇ ਹੋਏ ਨਾਥ, ਹਿੰਦੂ ਤੇ ਤੁਰਕਾਂ ਦੇ ਸਵਾਮੀ ਬਣਨਗੇ। ਹਿੰਦੂ ਤੁਰਕ ਦੋਵਾਂ ਦੀ ਰੱਖਿਆ ਕਰਨ ਵਾਲੇ ਖਾਲਸਾ ਬਣੇਗਾ। ਕਰੇ ਬਸੀ ਗਏ ਡੰਡੇ ਸਾਥ, ਡੰਡੇ ਦੇ ਨਾਲ ਖਾਲਸਾ ਇਹਨਾਂ ਨੂੰ ਵਸ ਕਰ ਲਵੇਗਾ। ਜੇ ਜੇ ਗੁਰ ਸੰਗ ਧਰੇ ਵਿਰੋਧ, ਜਿਹੜੇ ਗੁਰੂ ਘਰ ਨਾਲ ਵਿਰੋਧ ਕਮਾਉਣ ਵਰਗੇ ਵਾਲੇ ਹੋਏ ਨੇ, ਇਹੋ ਜਿਹੇ ਦੁਸ਼ਟਾਂ ਦੋਖੀਆਂ ਨੂੰ ਕਰੇ ਖਾਲਸਾ ਤਿਨ ਕੀ ਸੋਧ। ਸਤਿਗੁਰੂ ਕਹਿੰਦੇ ਖਾਲਸਾ ਇਹਨਾਂ ਦੀ ਸੋਧ ਕਰੇਗਾ, ਇਹਨਾਂ ਨੂੰ ਸੋਧਾ ਲਾਵੇਗਾ। ਹੋਏ ਅਧੀਨ ਜੀਵ ਕਾ ਕਰੇ, ਇਹੋ ਜਿਹੇ ਲੋਕ ਖਾਲਸੇ ਦੇ ਅੱਗੇ ਆ ਕੇ ਨੌਕਰੀਆਂ ਕਰਨਗੇ, ਅਧੀਨ ਹੋ ਕੇ ਨੌਕਰੀਆਂ ਕਰਨਗੇ। ਇਹ ਇਸ਼ਾਰੇ ਸਨ ਸੰਗਤ ਜੀ ਆਉਣ ਵਾਲੇ ਸਮੇਂ ਦੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਹਮਣੇ ਕਿੰਨੇ ਕਿੰਨੇ ਵੱਡੇ ਅਫਸਰ ਜਿਹੜੇ ਸੀ, ਚਾਹੇ ਦੂਰ ਦੂਰ ਤੋਂ ਲਾ ਲਈਏ, ਪੂਰੀ ਦੁਨੀਆ ਦੇ ਵਿੱਚੋਂ ਵੇਖਿਆ ਜਾਂਦਾ ਕਿੰਨੀਆਂ ਕੁ ਫੌਜਾਂ ਦੇ ਵੱਡੇ ਵੱਡੇ ਜਰਨੈਲ ਸ਼ੇਰੇ ਪੰਜਾਬ ਜੀ ਕੋਲ ਨੌਕਰੀਆਂ ਕਰਦੇ ਰਹੇ। ਸੋ ਇਹ ਖਾਲਸੇ ਦੇ ਅਧੀਨ ਹੋ ਕੇ ਨੌਕਰੀਆਂ ਕਰਨਗੇ। ਕਈ ਤੁਰਕ ਜਿਹੜੇ ਸੀ ਇਹ ਵੀ ਨੌਕਰੀਆਂ ਕਰਦੇ ਰਹੇ, ਅੰਗਰੇਜ਼ ਵੀ ਆ ਕੇ ਨੌਕਰੀਆਂ ਕਰਦੇ ਰਹੇ। ਨੈਪੋਲੀਅਨ ਬੋਨਾਪਾਰਟ, ਇਹਨਾਂ ਦੀ ਫੌਜਾਂ ਦੇ ਜਰਨੈਲ ਜਿਹੜੇ ਸੀ ਉਹ ਵੀ ਆ ਕੇ ਇੱਥੇ, ਯਾਨੀ ਇਹੋ ਜਿਹੀਆਂ ਫੌਜਾਂ ਦੇ ਜਿਨ੍ਹਾਂ ਦਾ ਬਹੁਤ ਵੱਡਾ ਮਾਣ ਸੀ,
ਵੱਡੇ ਵੱਡੇ ਜਰਨੈਲ ਆਪਣੀ ਰੋਜੀ ਲਈ ਸ਼ੇਰੇ ਪੰਜਾਬ ਜੀ ਕੋਲ ਨੌਕਰੀ ਕਰਦੇ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਜਿੰਨਾ ਵੀ ਸੰਸਾਰ ਹੈ ਖਾਲਸੇ ਅੱਗੇ ਆ ਚੁੱਕੇਗਾ। ਸਿੰਘਨ ਤੇ ਮ੍ਰਿਗ ਸਮ ਹੋਏ ਡਰੈ। ਜਿਹੜਾ ਅੱਜ ਸਮਾਜ ਸਾਰੇ ਪਾਸੇ ਲੋਕਾਂ ਵਿੱਚ ਕਾਤੁਰਤਾ ਡਰਪੋਕਪੁਣਾ ਛਾ ਚੁੱਕਾ ਹੈ, ਉਸ ਸਮੇਂ ਭਾਰਤ ਦੀ ਦੇਸ਼ ਦੀ ਹਾਲਾਤ ਕਿਹੋ ਜਿਹੀ ਸੀ ਜਿਸ ਨੂੰ ਉਹਨਾਂ ਪੰਕਤੀਆਂ 'ਚ ਬਿਆਨ ਕੀਤਾ ਜਾਂਦਾ ਹੈ, ਚਿੜੀ ਉੱਡੇ ਡਰ ਸੇ ਮਰ ਜਾਊਂ ਮੁਗਲਨ ਸੇ ਕੈਸੇ ਲੜ ਪਾਊਂ। ਵੀ ਜਦੋਂ ਚਿੜੀ ਉੱਡਦੀ ਹੈ ਉਹਦੇ ਨਾਲ ਮੇਰਾ ਦਿਲ ਕੰਬ ਜਾਂਦਾ, ਮੁਗਲਾਂ ਨਾਲ ਕਿਵੇਂ ਲੜਾਂਗਾ। ਹਜੂਰ ਨੇ ਇਹੋ ਜਿਹੀ ਬਖਸ਼ਿਸ਼ ਕੀਤੀ ਕਿ ਜਿਹਦੇ ਨਾਲ ਮਹਾਰਾਜ ਕਹਿੰਦੇ ਜਿਹੜੇ ਅੱਜ ਹਿਰਣਾ ਵਰਗੇ ਹਨ ਉਹ ਸ਼ੇਰ ਦੇ ਸਮਾਨ ਹੋ ਕੇ ਜੂਝਣਗੇ। ਆਪਨ ਪੰਥ ਕੇ ਗੁਣ ਇਤਿਆਦ। ਇਹਦਾ ਆਪਣੇ ਪੰਥ ਦੇ ਬਹੁਤ ਮਹਾਨ ਗੁਣ ਜੋ ਮਹਾਰਾਜ ਨੇ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਲਿਖੇ ਹੈ। ਸ੍ਰੀ ਸਰਬਲੋਕ ਗ੍ਰੰਥ ਸਾਹਿਬ ਵਿੱਚ ਖਾਲਸੇ ਦੀ ਮਹਾਨ ਮਹਿਮਾ ਮਹਾਰਾਜ ਨੇ ਵਰਣਨ ਕੀਤੀ। ਇੱਥੋਂ ਤੱਕ ਵੀ ਕਹਿ ਦਿੱਤਾ ਸ੍ਰੀ ਅਜੀਤ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਜੋਰਾਵਰ ਸਿੰਘ ਪਰਮ ਪ੍ਰਿਯ, ਇਹ ਸਾਡੇ ਪਰਮ ਪ੍ਰਿਯ ਪੁੱਤਰ ਹਨ ਚਾਰ ਸਾਹਿਬਜ਼ਾਦੇ। ਪੰਚਮ ਖਾਲਸਾ ਹੈ ਸਤਿਗੁਰ ਪੂਰਾ ਜਿਨੇ ਪੰਥ ਸੋ ਪੰਥ ਪ੍ਰਗਟਾਏ। ਪੰਜਵਾਂ ਸਾਡਾ ਖਾਲਸਾ ਪੰਥ ਹੈ, ਇਹ ਸਾਡਾ ਪੁੱਤਰ ਵੀ ਹੈ ਸਤਿਗੁਰੂ ਵੀ ਹੈ। ਮਹਾਰਾਜ ਕਹਿੰਦੇ ਸਤਿਗੁਰੂ ਵੀ ਹੈ ਜਗਤ ਦਾ, ਸਾਰੇ ਜਗਤ ਨੂੰ ਸਾਡੇ ਲਈ ਖਾਲਸਾ ਪੰਥ ਗੁਰੂ ਹੈ, ਪੁੱਤਰ ਵੀ ਹੈ। ਸਾਨੂੰ ਪੁੱਤਰ ਵਾਲਾ ਪਿਆਰ ਖਾਲਸੇ ਪੰਥ ਵਿੱਚੋਂ ਮਿਲਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨਾ ਮਾਣ ਬਖਸ਼ਿਆ, ਆਪਣੇ ਪੰਥ ਦੇ ਮਹਾਨ ਗੁਣ, ਐਡੀ ਵੱਡੀ ਵਡਿਆਈ ਲਿਖੀ। ਸਤਿਗੁਰੂ ਕਹਿੰਦੇ ਇਹਨਾਂ ਖਾਲਸੇ ਦੀ ਕਿਰਪਾ ਨਾਲ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਹ ਸੇ ਗਰੀਬ ਕਰੋੜ ਭਰੇ। ਧੰਨ ਗੁਰੂ ਗਰੀਬ ਨਵਾਜ ਖਾਲਸੇ ਦੀ ਮਹਾਨਤਾ ਦੱਸ ਰਹੇ ਨੇ। ਵਰਣਨ ਕਰੇ ਧਰੇ ਐਲਾਦ। ਮਹਾਰਾਜ ਨੇ ਖਾਲਸੇ ਦੀ ਮਹਾਨਤਾ ਵਰਣਨ ਕਰੀ, ਵਡਿਆਈ ਦੱਸੀ ਹੈ ਬੜੇ ਪ੍ਰਸੰਨ ਹੋ ਕੇ। ਸਭ ਦੇਸ਼ਨ ਕੇ ਬਿਖੈ ਪ੍ਰਕਾਸ਼ੇ। ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੱਲ ਫੈਲ ਜਾਵੇਗੀ। ਹੇਰ ਹੇਰ ਬਿਸਮਾਏ ਹਿਰਾਸੇ। ਜਦੋਂ ਜਦੋਂ ਇਹ ਖਬਰ ਫੈਲਦੀ ਗਈ ਲੋਕੀ ਸੁਣ ਕੇ ਸੰਗਤ ਜੀ ਹੈਰਾਨ ਹੁੰਦੇ ਨੇ। ਸ਼ਸਤਰ ਸਮੇਤ ਸਦਾ ਰੰਗ ਰਾਤੇ। ਲੋਕਾਂ ਨੂੰ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਮ ਸਮਾਜਿਕ ਲੋਕਾਂ ਨੂੰ ਜਿਹੜੇ ਘਰਾਂ 'ਚ ਰਹਿੰਦੇ ਸਨ, ਜਿਨ੍ਹਾਂ ਦੇ ਕੋਲ ਜਿਨ ਕੀ ਜਾਤ ਦੇਸ਼ ਕੁਲ ਮਾਹੀ ਸਰਦਾਰੀ ਵੀ ਨਹੀਂ ਕਦਾਈ, ਕਿਹੋ ਜੀ ਬਖਸ਼ਿਸ਼ ਕਰ ਦਿੱਤੀ। ਉਹਨਾਂ ਨੂੰ ਘੋੜਿਆਂ ਤੇ ਬਿਠਾ ਕੇ ਸ਼ਸਤਰ ਸਜਾ ਕੇ ਨਗਾਰੇ ਦਿੱਤੇ ਹਨ। ਨਗਾਰੇ ਕਿੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਵਜਾਉਂਦੇ ਸਨ, ਖਾਲਸੇ ਨੂੰ ਮਹਾਰਾਜ ਨੇ ਇੱਕ ਇੱਕ ਸਿੰਘ ਹੀ ਬਾਦਸ਼ਾਹ ਵਰਗਾ ਰੂਪ ਬਣਾ ਦਿੱਤਾ, ਜਿਨ੍ਹਾਂ ਦੇ ਕੋਲ ਐਸੀ ਬਖਸ਼ਿਸ਼ ਕੀਤੀ। ਸ਼ਸਤਰ ਸਮੇਤ ਹਰ ਸਮੇਂ ਸ਼ਸਤਰ ਸਮੇਤ 1.25 ਮਣ ਦਾ ਕਮਰ ਕੱਸਾ ਸਿੰਘਾਂ ਦਾ ਮੰਨਿਆ ਜਾਂਦਾ ਸੀ। 50 ਕਿਲੋ ਲੋਹਾ ਸਰੀਰ ਤੇ ਧਾਰਿਆ, ਇੰਨੇ ਸ਼ਸਤਰ, ਕਈ ਤਲਵਾਰਾਂ, ਢਾਲਾਂ, ਬਰਛੇ, ਤੀਰ ਕਮਾਨ, ਖੰਜਰ, ਜਮਦਾੜ, ਇਦਾਂ ਦੇ ਸ਼ਸਤਰ ਹਰ ਸਮੇਂ ਤਿਆਰ ਬਰ ਤਿਆਰ ਰੱਖਣੇ, ਬੰਦੂਕਾਂ ਦੇ ਸਹਿਤ ਰਹਿਣਾ, ਸ਼ਸਤਰਾਂ ਦੇ ਸਮੇਤ ਸਦਾ ਵੀਰ ਰਾਸ ਵਿੱਚ ਰੱਤੇ ਰਹਿੰਦੇ ਨੇ। ਬਿਨਾ ਰਾਜ ਰਾਜੇ ਨਿਤ ਮਾਤੇ। ਵਾਹ, ਕਹਿੰਦੇ ਕਿਹੋ ਜਿਹਾ ਰਾਜ ਹੈ, ਬਿਨਾ ਰਾਜ, ਕੋਈ ਦੁਨਿਆਵੀ ਜ਼ਮੀਨਾਂ ਪਟੇ ਨਹੀਂ ਲਿਖੇ ਹੋਏ, ਕਿਸੇ ਇਲਾਕੇ ਦਾ ਰਾਜ ਨਹੀਂ ਹੈ। ਘੋੜਿਆਂ ਦੀਆਂ ਕਾਠੀਆਂ ਹੀ ਉਹਨਾਂ ਵਾਸਤੇ ਤਖਤ ਬਣ ਗਏ ਤੇ ਸ਼ਸਤਰਾਂ ਦੇ ਸਮੇਤ ਇਦਾਂ ਮਸਤ ਹਨ, ਹਰ ਸਮੇਂ ਕੋਈ ਫਿਕਰੀ ਨਹੀਂ। ਇੱਥੇ ਰਾਜੇ ਦੀ ਬੇਫਿਕਰੀ ਦਾ ਇੱਕ ਗੁਣ ਲਿਆ। ਜਿਵੇਂ ਰਾਜੇ ਬੇਫਿਕਰ ਹੁੰਦੇ ਨੇ, ਬੇਪਰਵਾਹ ਹੁੰਦੇ ਨੇ, ਵੈਸੇ ਉਹਨਾਂ ਅੰਦਰ ਫਿਕਰ ਮਾਇਆ ਦਾ ਹੁੰਦਾ, ਪਰ ਉਹਨਾਂ ਨੂੰ ਬਾਹਰੀ ਤੌਰ ਤੇ ਰੋਟੀ ਖਾਣ ਦਾ, ਪਦਾਰਥਾਂ ਦਾ, ਛੋਟੀ ਮੋਟੀ ਚੀਜ਼ਾਂ ਦੇ ਫਿਕਰ ਨਹੀਂ ਹੁੰਦੇ। ਉਹਨਾਂ ਨੂੰ ਫਿਕਰ ਵੱਡੇ ਪਏ ਹੁੰਦੇ ਨੇ। ਵੱਡੇ ਵੱਡੇ ਜੋ ਦੀਸਾਂ ਲੋਕ ਤਿਨ ਕੋ ਵਿਆਪੈ ਚਿੰਤਾ ਰੋਗ, ਉਹ ਵੱਖਰੀ ਚਿੰਤਾ ਹੈ, ਪਰ ਇੱਕ ਬੇਪਰਵਾਹੀ ਹੁੰਦੀ ਹੈ ਪ੍ਰਸ਼ਾਦੇ ਪਾਣੀ ਵੱਲੋਂ ਜਾਂ ਕਿਸੇ ਤਰ੍ਹਾਂ ਦੀ। ਕੋਈ ਖਾਲਸੇ ਦੇ ਕਿਹੋ ਜਿਹਾ ਰਾਜ ਹੈ ਸੰਗਤ ਜੀ, ਜਿੱਥੇ ਖਾਣ ਨੂੰ ਖਾਲੀ ਛੋਲੇ ਮਿਲ ਜਾਣ ਤੇ ਸਿੰਘ ਉਹਨਾਂ ਨੂੰ ਬਦਾਮ ਕਹਿੰਦੇ। ਕਿਹੋ ਜਿਹਾ ਰਾਜ ਬਖਸ਼ਿਆ, ਸਿੰਘਾਂ ਦੇ ਕੋਲ ਛੋਟੀ ਤੋਂ ਛੋਟੀ ਵਸਤੂ ਹੋਵੇ ਉਹਨੂੰ ਵੀ 1.25 ਗੁਣਾ ਕਰਕੇ ਇੱਕ ਪ੍ਰਸ਼ਾਦੇ ਨੂੰ 1.25 ਲੱਖ ਕਹਿੰਦੇ। ਕਿੱਡਾ ਕੁ ਰਾਜ ਹੈ ਖਾਲਸੇ ਦਾ। ਕਿਸੇ ਰਾਜੇ ਕੋਲ 1.25 ਲੱਖ ਪ੍ਰਸ਼ਾਦਾ ਹੋਵੇਗਾ ਤੇ ਸਿੰਘ 1.25 ਲੱਖ 2.5 ਲੱਖ ਬਿਨਾਂ ਰਾਜ ਤੋਂ
ਤੇ ਰਾਜ ਦਾ ਮਤ ਨਾਮ ਹੁੰਦਾ ਨਸ਼ਾ, ਰਾਜ ਦੇ ਨਸ਼ੇ ਵਿੱਚ ਨੇ, ਮਾਤੇ ਮਸਤੇ ਹੋਏ ਹਨ। ਬਿਨਾ ਧਨ ਤੇ ਬੜ ਧਨੀ ਬਨੇ ਹੈ। ਕੋਈ ਮਾਇਆ ਕੋਲ ਰੁਪਈਆ ਵੀ ਨਹੀਂ ਹੁੰਦਾ, ਪਰ ਹਰ ਸਮੇਂ ਇੰਨੇ ਧਨੀ ਨੇ ਕਿ ਖਾਲਸੇ ਵਰਗਾ ਧਨੀ ਕੋਈ ਨਹੀਂ ਹੋ ਸਕਦਾ। ਉਸ ਸਮੇਂ ਕੁਝ ਵੀ ਕੋਲ ਨਹੀਂ, ਫਿਰ ਵੀ ਦੇਣ ਵਾਲੇ ਦਾਤੇ ਬਣ ਜਾਂਦੇ। ਇਹੋ ਜਿਹਾ ਗੁਰੂ ਕਾ ਖਾਲਸਾ ਪੰਥ ਹੈ। ਇੱਕ ਸਤਿਗੁਰ ਕੇ ਪ੍ਰੇਮ ਸਨੇ ਹੈ। ਪੈਸਾ ਨਹੀਂ ਧਨ, ਉਹਨਾਂ ਕੋਲ ਧਨ ਕੀ ਹੈ? ਇੱਕ ਸਤਿਗੁਰ ਕੇ ਪ੍ਰੇਮ ਸਨੇ, ਸਨੇ ਨਾਮ ਸਮੇਤ, ਗੁਰੂ ਦੇ ਪ੍ਰੇਮ ਦੇ ਸਮੇਤ ਹਨ। ਗੁਰੂ ਦਾ ਪ੍ਰੇਮ ਉਹਨਾਂ ਕੋਲ ਖਜ਼ਾਨਾ ਭਰਿਆ ਹੋਇਆ, ਤੇ ਗੁਰੂ ਦੇ ਪ੍ਰੇਮ ਦੇ ਖਜ਼ਾਨੇ ਵਿੱਚ ਬਿਨਾਂ ਮਾਇਆ ਤੋਂ ਜਿੱਥੇ ਮਰਜੀ ਤਿਆਰ ਬਰ ਤਿਆਰ ਹੋ ਕੇ ਚੜ ਪੈਂਦੇ ਨੇ। ਮਹਾ ਨਿਡਰ ਰਸ ਬੀਰ ਭਰੇ ਹੈ। ਕਿਸੇ ਜਰਨੈਲਾਂ ਦਾ, ਕਿਸੇ ਫੌਜਾਂ ਦਾ ਡਰ ਨਹੀਂ ਕਰਦੇ, ਮਹਾਨ ਨਿਡਰ ਹਨ ਤੇ ਵੀਰ ਰਸ ਵਿੱਚ ਭਰੇ ਹੋਏ ਨੇ। ਨਹੀਂ ਕਿਸੂ ਕੋ ਸੰਗ ਕਰੇ ਹੈ। ਖਾਲਸੇ ਦਾ ਸਰੂਪ ਕਿਹੋ ਜਿਹਾ? ਕਿਸੇ ਦੀ ਸੰਗ, ਕਿਸੇ ਤੋਂ ਸੰਗਣਾ ਵੀ ਨਹੀਂ। ਸੰਗ ਦਾ ਅਰਥ ਦੂਜਾ ਵੀ ਕਿਸੇ ਦੀ ਸੰਗਤ ਕਰਨੀ। ਲੋਕਾਂ ਦੀ ਸੰਗਤ ਵਿੱਚ ਨਹੀਂ, ਗੁਰੂ ਦੀ ਸੰਗਤ ਵਿੱਚ ਜੁੜਦੇ ਹਨ। ਸਿੰਘ ਬਿਨਾ ਮਿਲ ਹਰਖੈ ਨਾਈ। ਇਹ ਸਿੰਘ ਦੀ ਨਿਸ਼ਾਨੀ ਹੈ ਕਿ ਸਿੰਘ ਤੋਂ ਬਿਨਾ ਗੁਰੂ ਕੇ ਖਾਲਸੇ ਪੰਥ ਦਾ ਮਨ ਖੁਸ਼ ਹੀ ਨਹੀਂ ਹੁੰਦਾ। ਜੇ ਸਾਹਮਣੇ ਸਿੰਘ ਮਿਲਦਾ ਤਾਂ ਪ੍ਰਸੰਨ ਹੈ ਹਿਰਦਾ, ਜੇ ਸਾਹਮਣੇ ਸਿੰਘ ਨਾ ਮਿਲੇ ਮਨ ਖੁਸ਼ ਨਹੀਂ ਹੁੰਦਾ। ਮਨ ਮੇਲਨ ਤੋ ਹੋਏ ਕਹਾਈ। ਮਨ ਖੁਸ਼ ਹੀ ਨਹੀਂ ਹੁੰਦਾ ਦੂਜੇ ਨੂੰ ਵੇਖ ਕੇ, ਤੇ ਫਿਰ ਮਨ ਮਿਲੇਗਾ ਕਿਵੇਂ? ਗੁਰੂ ਕੇ ਸਿੰਘਾਂ ਦਾ ਕਿਸੇ ਹੋਰ ਨਾਲ ਮਨ ਨਹੀਂ ਮਿਲਦਾ, ਉਹਨਾਂ ਨਾਲ ਹੀ ਮਨ ਮਿਲਦਾ, ਚਾਹੇ ਸਕੇ ਰਿਸ਼ਤੇਦਾਰ ਕਿਉਂ ਨਾ ਹੋਣ। ਕਿਹੋ ਜਿਹੇ ਸਿੰਘ ਸੰਗਤ ਜੀ? ਮਹਾਨ ਭਾਈ ਸੁੱਖਾ ਸਿੰਘ ਜੀ, ਜਿਨ੍ਹਾਂ ਦਾ ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ, ਉਹਨਾਂ ਦਾ ਜ਼ਿਕਰ ਆਉਂਦਾ ਵੀ ਉਹਨਾਂ ਦੇ ਮਾਪਿਆਂ ਨੇ ਕੇਸ ਕਤਲ ਕਰ ਦਿੱਤੇ ਸੀ। ਮਾਪਿਆਂ ਨੇ ਕੇਸ ਕਤਲ ਕਰ ਦਿੱਤੇ। ਬਾਲ ਅਵਸਥਾ, ਜੇ ਉਹਨਾਂ ਦੀ ਉਮਰ 12 ਕੁ ਸਾਲ 13 ਸਾਲ ਦੀ ਉਮਰ ਸੀ, ਗੁਰੂ ਘਰ 'ਚ ਜਾਂਦੇ ਸੀ, ਅੰਮ੍ਰਿਤ ਛਕ ਲਿਆ ਸੀ, ਤੇ ਮਾਪਿਆਂ ਨੂੰ ਪਤਾ ਲੱਗਿਆ ਵੀ ਇਹਨੇ ਅੰਮ੍ਰਿਤ ਛਕ ਲਿਆ, ਸਰਕਾਰਾਂ ਫੌਜਾਂ ਆਉਣਗੀਆਂ, ਸੁੱਤੇ ਸੁੱਤੇ ਦੇ ਕੇਸ ਕਤਲ ਕਰ ਦਿੱਤੇ। ਜਦੋਂ ਕੇਸਾਂ ਦੀ ਬੇਅਦਬੀ ਕੀਤੀ, ਸਵੇਰੇ ਉੱਠੇ ਕੰਘਾ ਕਰਨ ਲੱਗੇ ਤੇ ਵੇਖਿਆ ਵੀ ਮੇਰੇ ਕੇਸ ਕਿੱਥੇ? ਬਾਲ ਅਵਸਥਾ ਸੀ। ਇੱਕਦਮ ਮਨ 'ਚ ਆਇਆ ਕਿ ਮੈਂ ਜਿਉਂਦਾ ਹੀ ਨਾ ਰਵਾਂ, ਜੇ ਮੇਰੇ ਸਿਰ ਤੇ ਕੇਸ ਹੀ ਨਹੀਂ, ਮੈਂ ਜੀ ਕੇ ਕੀ ਕਰਨਾ? ਉਸੇ ਸਮੇਂ ਸੰਗਤ ਜੀ ਖੂਹ 'ਚ ਛਾਲ ਮਾਰ ਦਿੱਤੀ ਬਾਹਰ। ਪਿੰਡ ਵਾਲੇ ਕੱਢਦੇ ਨੇ, ਬਾਹਰ ਨਹੀਂ ਨਿਕਲਦੇ। ਤੇ ਇੱਕ ਸਿੰਘ ਆਇਆ, ਉਹ ਕਹਿੰਦਾ ਵੀ ਕੀ ਹੋਇਆ? ਕਹਿੰਦੇ ਜੀ ਇੱਕ ਸਿੱਖ ਹੈ, ਉਹ ਬਾਹਰ ਵਿੱਚ ਸਾਰੀ ਗੱਲ ਦੱਸੀ ਵੀ ਵਿੱਚ ਗਿਰ ਗਿਆ। ਕੱਢਣ ਲੱਗੇ ਤੇ ਬਾਹਰ ਨਹੀਂ ਆਉਂਦਾ। ਸਿੰਘ ਕਹਿਣ ਲੱਗਾ, ਸਿੰਘਾ ਬਾਹਰ ਆ, ਕੀ ਗੱਲ ਏ? ਕਹਿੰਦਾ ਮੇਰੇ ਕੇਸ ਹੀ ਨਹੀਂ ਰਹੇ, ਮੈਂ ਜੀ ਕੇ ਕੀ ਕਰਨਾ? ਉਹ ਸਿੰਘ ਨੇ ਆਖਿਆ ਵੀ ਏਦਾਂ ਨਾ ਮਰ, ਜੇ ਮਰਨਾ ਤੁਰਕਾਂ ਦੇ ਸਿਰ ਚੜ ਕੇ ਮਰ, ਸ਼ਹੀਦੀ ਪਾ। ਏਦਾਂ ਆਪਣੇ ਗੁਰੂ ਦੇ ਦਿੱਤੇ ਹੋਈ ਦਾਤ ਨੂੰ, ਪ੍ਰਾਣਾ ਨੂੰ ਏਦਾਂ ਨਾ ਗਵਾ। ਇਹ ਬਚਨ ਇੰਨਾ ਅੰਦਰ ਹਿਰਦੇ 'ਚ ਚੁੱਭਿਆ ਕਿ ਬਾਹਰ ਆਏ ਤੇ ਮਾਪਿਆਂ ਦਾ ਕੋਈ ਰਿਸ਼ਤਾ ਸਮਝਿਆ ਹੀ ਨਾ। ਉਸ ਅਵਸਥਾ ਵਿੱਚ ਸੰਗਤ ਜੀ ਫਿਰ ਖਾਲਸੇ ਪੰਥ 'ਚ ਆ ਰਲੇ। ਕੇਸ ਮਹਾਰਾਜ ਨੇ ਬਖਸ਼ਿਸ਼ ਕੀਤੀ, ਗੁਰੂ ਕੇ ਸਿੰਘ ਅੰਮ੍ਰਿਤ ਛਕਿਆ, ਸਿੰਘ ਸੱਜ ਗਏ। ਸੋ ਕਿੰਨਾ ਕੁ ਸਿੰਘ ਕੇ ਪਰਿਵਾਰ ਨਾਲ ਕੋਈ ਰਿਸ਼ਤਾ ਨਹੀਂ, ਗੁਰੂ ਕਾ ਸਿੰਘ ਆਪਣੇ ਪਰਿਵਾਰ ਤਿਆਗਣ ਨੂੰ ਤਿਆਰ ਹੈ ਖਾਲਸੇ ਪੰਥ ਵਿੱਚ ਜੁੜਨ ਲਈ। ਐਸੇ ਮਹਾਨ ਗੁਰਸਿੱਖ ਸਿੰਘ ਤੋਂ ਬਿਨਾ ਮਨ ਨਹੀਂ ਮਿਲਦਾ, ਖੁਸ਼ ਹੀ ਨਹੀਂ ਹੁੰਦੇ। ਤੇ ਮਿਲ ਕੇ ਮਿਲਣਾ ਕੀ ਹੈ? ਜਿਹਦਾ ਖੁਸ਼ ਹੀ ਨਾ ਹੋਵੇ ਅੰਦਰੋਂ ਮਿਲ ਕੇ, ਮਨ ਕਿਵੇਂ ਮਿਲੇਗਾ? ਰਹੇ ਮਗਨ ਪਰਵਾਹ ਨਾ ਕਾਉ। ਵਾਹਿਗੁਰੂ ਦੇ ਪ੍ਰੇਮ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਦੇ ਵਿੱਚ ਜੁੜੇ ਰਹਿੰਦੇ, ਮਗਨ ਰਹਿੰਦੇ ਹਨ, ਕਿਸੇ ਦੀ ਪਰਵਾਹ ਨਹੀਂ ਕਰਦੇ। ਭੂਮ ਬਿਨਾ ਭੂਪਤ ਮਦ ਮਾਉ। ਵੱਡੇ ਵੱਡੇ ਭੂਪਤ ਦਾ ਸ਼ਬਦ ਦਾ ਅਰਥ ਹੈ ਭੂਪਤੀ। ਭੂ ਨਾਮ ਧਰਤੀ, ਜ਼ਮੀਨ, ਜ਼ਮੀਨ ਦਾ ਜੋ ਰਾਜਾ ਹੋਵੇ, ਪਤੀ ਹੋਵੇ, ਜਿਹੜਾ ਜ਼ਮੀਨ ਦਾ ਰਾਜਾ ਉਹਨੂੰ ਭੂਪਤ ਕਹਿੰਦੇ, ਰਾਜਾ ਕਹਿੰਦੇ। ਜਿਸ ਕੋਲ ਜ਼ਮੀਨ ਹੀ ਕੋਈ ਨਹੀਂ, ਉਹ ਰਾਜਾ ਕਿਵੇਂ ਹੋਵੇਗਾ? ਪਰ ਖਾਲਸਾ ਪੰਥ ਬਿਨਾਂ ਜ਼ਮੀਨ ਤੋਂ ਭੂਪਤ ਹੈ, ਰਾਜਾ ਹੈ। ਬਿਨਾਂ ਭੂਮੀ ਤੋਂ ਸਾਰੀ ਜਗਤ, ਸਾਰੀ ਸ੍ਰਿਸ਼ਟੀ ਦੇ ਰਾਜੇ ਹਨ। ਦੋਨੋਂ ਸਮੇਂ ਸੁਚੇਤਾ ਕਰਬੋ। ਦੋਵੇਂ ਸਮੇਂ ਸਿੰਘ ਸੁਚੇਤਾ ਕਰਦੇ, ਤਿਆਰ ਬਰ ਤਿਆਰ ਹੁੰਦੇ ਹਨ। ਮਹਾਰਾਜ ਦਾ ਬਚਨ ਹੈ, ਕੰਘਾ ਦੋਨੋਂ ਵਕਤ ਕਰ ਪਾਗ, ਚੁਣੇ ਕਰ ਬਾਂਧਈ। ਇਹ ਬਚਨ
ਜੋ ਸਿੰਘ ਕਮਾਉਂਦੇ ਦੋਵੇਂ ਸਮੇਂ ਸੁਚੇਤ ਹੋ ਕੇ ਤਿਆਰ ਹੋ ਕੇ ਦਮਾਲੇ ਸਜਾ ਕੇ ਭਾਂਤ ਭਾਂਤ ਤਨ ਸ਼ਸਤਰਨ ਧਰਬੋ। ਕਈ ਤਰ੍ਹਾਂ ਦੇ ਸੁੰਦਰ ਸੁੰਦਰ ਸ਼ਸਤਰ ਆਪਣੇ ਸਰੀਰ ਤੇ ਸਜਾਉਂਦੇ ਹਨ। ਸ਼ਮਸ ਕੇਸ਼ ਤੇ ਸ਼ੁਭਤ ਬਿਸਾਲੇ। ਸੋਹਣੇ ਕੇਸ ਹਨ ਤੇ ਜਿਨ੍ਹਾਂ ਦੇ ਦਾੜੇ ਦੇ ਕੇਸ ਵੀ ਬੜੇ ਸੁੰਦਰ ਹਨ। ਬਾਂਕੇ ਵੀਰ ਹਠੀ ਮੁਛਿਆਲੇ। ਬੜੇ ਬੜੇ ਬਾਂਕੇ ਵੀਰ ਹਨ, ਹਠੀ ਤਪੀ ਹਨ। ਕਿਹੋ ਜਿਹਾ ਹੱਠ ਤਪ, ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਸਮਾਂ ਗੁਜ਼ਾਰਨ ਵਾਲੇ। ਉਸ ਸਮੇਂ ਸਾਰਾ ਕੁਝ ਸੀ ਦਸਵੇਂ ਪਾਤਸ਼ਾਹ ਦੇ ਸਮੇਂ, ਪਰ ਫਿਰ ਵੀ ਹਰ ਗੱਲ ਵਿੱਚ ਹੱਠ ਤਪ। ਐਸੇ ਬਾਂਕੇ ਬੜੇ ਛੈਲ ਛਬੀਲੇ ਹਨ। ਸਜੇ ਤੁਰੰਗ ਅਰੂੜੇ ਐਸੇ। ਘੋੜਿਆਂ ਦੇ ਉੱਤੇ ਏਦਾਂ ਸਵਾਰ ਹੁੰਦੇ ਨੇ, ਸਜਦੇ ਨੇ। ਹਿੰਦੂ ਤੁਰਕ ਨ ਕਬੋਏ ਕੈਸੇ। ਕਿਸੇ ਹਿੰਦੂ ਬਾਦਸ਼ਾਹ ਨੇ, ਉਹਨਾਂ ਦੀਆਂ ਫੌਜਾਂ ਨੇ ਕਦੇ ਏਦਾਂ ਨਹੀਂ ਸਵਾਰ ਹੋ ਕੇ ਵੇਖਿਆ ਹੋਣਾ। ਕਦੇ ਕਿਸੇ ਰਾਜਿਆਂ ਨੇ, ਮੁਸਲਮਾਨਾਂ ਨੇ, ਕਿਸੇ ਤੁਰਕਾਂ ਨੇ, ਵੱਡੇ ਵੱਡੇ ਰਾਜੇ ਬਾਦਸ਼ਾਹ ਹੋਏ, ਪਰ ਏਦਾਂ ਸਵਾਰ ਨਹੀਂ ਹੁੰਦੇ ਹੋਣਗੇ ਜਿਵੇਂ ਗੁਰੂ ਕੇ ਸਿੰਘ ਤਿਆਰ ਹੋ ਕੇ। ਤੇ ਹੋਣਾ ਵੀ ਕਿਵੇਂ? ਘੋੜੇ ਤੇ ਚੜਨ ਲੱਗਿਆ ਘੋੜੇ ਨੂੰ ਪਹਿਲਾਂ ਚਰਨਾਂ ਤੇ ਮੱਥਾ ਟੇਕਣਾ। ਘੋੜੇ ਤੇ ਚੜਨ ਲੱਗਿਆ ਘੋੜੇ ਦੇ ਚਰਨਾਂ ਤੇ ਨਮਸਕਾਰ ਕਰਕੇ, ਕੀ ਜਾਣ ਕੇ ਕਿ ਇਹ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਵਾਰੀ ਹੈ। ਇਹ ਮੇਰੀ ਸਵਾਰੀ ਨਹੀਂ, ਮੈਂ ਗੁਰੂ ਕਾ ਸੇਵਕ ਹਾਂ। ਸੇਵਕ ਜਾਣ ਕੇ ਸਵਾਰੀ ਤੇ ਚੜਦੇ ਹਨ। ਸ਼ਸਤਰ ਸਜਾਏ ਗੁਰੂ ਕੋ ਦਰਸੈਂ। ਸ਼ਸਤਰ ਸਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਨ। ਹੇਰ ਪੰਥ ਕੋ ਅਦਭੁਤ ਹਰਸ਼ੈਂ। ਮਹਾਰਾਜ ਜਦੋਂ ਆਪਣੇ ਪੰਥ ਨੂੰ ਵੇਖਦੇ ਨੇ, ਬੜੇ ਅਦਭੁਤ ਰੂਪ, ਸੁੰਦਰ ਸੁੰਦਰ ਦਮਾਲੇ, ਸੋਹਣੇ ਸ਼ਸਤਰ ਸਜਾ ਕੇ ਸਿੰਘ ਆਉਂਦੇ ਨੇ। ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਸੇਵਾ ਕਰਨ ਵਾਲੇ ਸਿੰਘਾਂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਬੜੇ ਪ੍ਰਸੰਨ ਹੁੰਦੇ ਨੇ। ਰਟੇ ਰੈਨ ਦਿਨ ਸ਼੍ਰੀ ਗੁਰਬਾਣੀ। ਦਿਨ ਰਾਤ ਗੁਰੂ ਕੇ ਸਿੰਘ ਗੁਰਬਾਣੀ ਦਾ ਜਾਪ ਕਰਦੇ ਸਨ। ਸਭ ਤੇ ਅਤੀ ਸ੍ਰੇਸ਼ਟ ਸੁਖ ਖਾਨੀ। ਕਿਉਂਕਿ ਸਭ ਤੋਂ ਅਤੀ ਸ੍ਰੇਸ਼ਟ ਤੇ ਗੁਣਾ ਦਾ ਖਜ਼ਾਨਾ, ਗੁਣਾ ਦੀ ਖਾਨ ਇਹ ਗੁਰਬਾਣੀ ਹੈ। ਇਸੇ ਦੇ ਆਸਰੇ ਸਾਰੀ ਸੁੰਦਰਤਾ ਹੈ। ਇਸ ਬਾਣੀ ਦੇ ਆਸਰੇ ਘੋੜੇ ਸੋਹਣੇ ਹਨ। ਇਸ ਬਾਣੀ ਦੇ ਆਸਰੇ ਸੁੰਦਰ ਵੇਸ ਹੈ। ਜੇ ਬਾਣੀ ਨਹੀਂ, ਬਾਬਾ ਹੋਰ ਚੜਨਾ ਖੁਸ਼ੀ ਖੁਆਰ, ਜਿਤ ਚੜਿਆ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਜੇ ਅੰਦਰ ਬਾਣੀ ਨਹੀਂ ਤਾਂ ਘੋੜੇ ਤੇ ਚੜਿਆ ਵੀ ਕੋਈ ਘੋੜੇ ਤੇ ਬਹਾਦਰੀ ਨਹੀਂ ਹੈ। ਜਿਨ੍ਹਾਂ ਦੇ ਅੰਦਰ ਸ਼ਾਂਤੀ ਹੈ, ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ, ਚਿੱਤ ਮੈਂ ਜੁਧ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜੈ ਭਵ ਸਾਗਰ ਤਾਰੈ। ਇਹ ਅਵਸਥਾ ਮਹਾਰਾਜ ਨੇ ਬਖਸ਼ੀ। ਘੋੜੇ ਤੇ ਚੜ ਕੇ ਵੀ ਇਹ ਮਾਣ ਨਾ ਹੋਵੇ ਕਿ ਮੈਂ ਘੋੜੇ ਤੇ ਚੜਿਆ। ਗੁਰੂ ਦੀ ਸਵਾਰੀ ਹੈ, ਸਰੀਰ ਗੁਰੂ ਦਾ ਹੈ, ਸ਼ਸਤਰ ਗੁਰੂ ਦੇ ਨੇ, ਮੈਂ ਗੁਰੂ ਕਾ ਸੇਵਕ ਹਾਂ। ਇਹੋ ਜੀ ਬਖਸ਼ਿਸ਼ਾਂ ਸਤਿਗੁਰਾਂ ਨੇ ਕੀਤੀ। ਘੋੜਿਆਂ ਤੇ ਚੜ੍ਹਦੇ ਹਨ ਤੇ ਮਹਾਰਾਜ ਵੇਖ ਕੇ ਖਾਲਸੇ ਨੂੰ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਜਿਨ੍ਹਾਂ ਦੇ ਹਿਰਦੇ ਵਿੱਚ ਸੁਖਮਈ ਅੰਮ੍ਰਿਤਮਈ ਬਾਣੀ ਹੈ। ਇੱਕ ਦਿਨ ਸਤਿਗੁਰ ਚੜੇ ਅਖੇਰ। ਹੁਣ ਇਹ ਪ੍ਰਸੰਗ ਪਹਿਲਾਂ ਖਾਲਸੇ ਦੀ ਮਹਾਨਤਾ ਦੱਸੀ ਹੈ। ਏਦਾਂ ਸਿੰਘ ਰੋਜ਼ ਚੜਿਆ ਕਰਦੇ ਸਨ ਸ਼ਿਕਾਰ ਨੂੰ। ਅੱਜ ਫਿਰ ਇੱਕ ਦਿਨ ਦਾ ਬਚਨ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੇ ਸਿੰਘਾਂ ਦੇ ਸਮੇਤ ਸ਼ਿਕਾਰ ਤੇ ਚੜੇ। ਪਏ ਤੁਰੰਗ ਅਰੂੜ ਸੁਬੇਰ। ਹਾਂ, ਮਹਾਰਾਜ ਸਾਹਿਬ ਜੀ ਵੇਲੇ ਸਹਿਤੀ ਭਾਵ ਉਸੇ ਸਮੇਂ ਫੌਜਾਂ ਦੇ ਸਮੇਤ ਤਿਆਰ ਹੋ ਕੇ ਘੋੜਿਆਂ ਤੇ ਚੜ ਕੇ। ਸੁਪੱਟ ਸਿੰਘ ਦਲ ਸੰਗ ਸੁਹੰਤਾ। ਬੜੇ ਬੜੇ ਸੂਰਮੇ ਜਿਹੜੇ ਸਿੰਘ ਹਨ ਮਹਾਰਾਜ ਦੇ ਨਾਲ ਰਹਿੰਦੇ ਨੇ। ਸਭ ਕੇ ਵਿੱਚ ਚਲੇ ਭਗਵੰਤਾ। ਸੂਰਮਿਆਂ ਦੇ ਦਲ ਸਤਿਗੁਰੂ ਜੀ ਦੇ ਨਾਲ ਚੱਲਦੇ, ਮਹਾਰਾਜ ਸਿੰਘਾਂ ਦੇ ਵਿਚਕਾਰ ਹੁੰਦੇ। ਆਲੇ ਦੁਆਲੇ ਸਿੰਘ ਘੋੜਿਆਂ ਤੇ ਹਨ। ਸਭ ਕੇ ਸ਼ਸਤਰ ਸਜੇ ਸ਼ੁਭ ਰੰਗ। ਸਭ ਸਿੰਘਾਂ ਦੇ ਸ਼ਸਤਰ ਸਜੇ ਹੋਏ ਨੇ ਸ਼ੁਭ ਸ਼ੁਭ ਸੋਹਣੇ ਰੰਗਾਂ ਦੇ। ਬੜੇ ਬੜੇ ਕੀਮਤੀ ਸ਼ਸਤਰ ਸਜਾਏ ਨੇ। ਖੜਗ ਅਰ ਸਿਪਰ ਸਿਕੰਦ ਤੁਫੰਗ। ਜਿਨ੍ਹਾਂ ਨੇ ਖੜਗਰੋ ਸਿਪਰ, ਢਾਲਾਂ, ਤਲਵਾਰਾਂ ਤੇ ਮੋਢਿਆਂ ਦੇ ਉੱਤੇ ਹੋਰ ਸ਼ਸਤਰ ਸਜਾਏ ਹੋਏ, ਬੰਦੂਕਾਂ ਸਜਾਈਆਂ ਹੋਈਆਂ ਨੇ।
ਬਨ ਮੈਂ ਕਰਿਓ ਅਖੇਰ ਕਨੇਰਾ। ਜੰਗਲ ਦੇ ਵਿੱਚ ਮਹਾਰਾਜ ਨੇ ਕਾਫੀ ਦੇਰ ਸ਼ਿਕਾਰ ਖੇਡਿਆ। ਉਤਰੇ ਪ੍ਰਭੂ ਬਿਰਖ ਸ਼ੁਭ ਹੀਰਾ। ਸਤਿਗੁਰੂ ਜੀ ਇੱਕ ਦਰਖਤ ਵੇਖ ਕਰਕੇ ਆਰਾਮ ਕਰਨ ਲਈ ਰੁਕੇ। ਕਿਤਕ ਕਾਲ ਬੈਠੇ ਕਰ ਸੈਲ। ਕੁਝ ਸਮਾਂ ਇੱਥੇ ਦਰਖਤ ਥੱਲੇ ਮਹਾਰਾਜ ਬੈਠੇ ਸੈਰ ਤੋਂ ਬਾਅਦ ਯਾਨੀ ਵਿਚਰ ਕੇ ਇੱਥੇ ਆਰਾਮ ਕੀਤਾ। ਸੁਤਦਰਵ ਤੀਰ ਖਰੇ ਜੈ ਸੈਲ। ਇੱਥੇ ਸਤਦਰਵ ਤੀਰ ਸਤਲੁਜ ਦੇ ਕੰਢੇ ਸਾਹਮਣੇ ਪਹਾੜ ਖਲੋਤੇ ਹੋਏ ਸੀ, ਯਾਨੀ ਦਰਿਆਵਾਂ ਦੇ ਕੰਢੇ ਪਹਾੜ ਸੀ ਸਤਲੁਜ ਦੇ ਕੰਢੇ। ਉਠੇ ਪ੍ਰਭੂ ਆ ਕੀ ਨਸੇ ਆਗੇ। ਮਹਾਰਾਜ ਜੀ ਉੱਠੇ ਹਨ, ਉਥੋਂ ਚੱਲਣ ਲੱਗਿਆ ਘੋੜੇ ਤੇ ਬੈਠਣ ਲੱਗੇ। ਦੇ ਰਕਾਬ ਪਦ ਚੜਬੇ ਲਾਗੇ। ਸਤਿਗੁਰੂ ਜੀ ਜਦੋਂ ਰਕਾਬ ਤੇ ਪੈਰ ਰੱਖ ਕੇ ਚਰਨ ਰੱਖ ਕੇ ਉੱਪਰ ਘੋੜੇ ਤੇ ਸਵਾਰ ਹੋਣ ਲੱਗੇ। ਸ਼ੁਭਦ ਕਿਰਪਾਨ ਬਨਿਓ ਮਦਿਆਨ। ਬੜੀ ਸੁੰਦਰ ਤਲਵਾਰ ਸਤਿਗੁਰਾਂ ਦੇ ਗਾਤਰੇ ਦੀ, ਜਿਸ ਵਿੱਚ ਮਿਆਨ ਬੜਾ ਸੁੰਦਰ ਸੀ, ਨਵਾਂ ਮਿਆਨ ਬਣਿਆ ਹੋਇਆ ਸੀ। ਕਸੀ ਕਮਰ ਕੇ ਸੰਗ ਸੁਜਾਨ। ਮਹਾਰਾਜ ਨੇ ਉਹ ਤਲਵਾਰ ਆਪਣੇ ਕਮਰ ਕੱਸੇ ਨਾਲ ਸਜਾਈ ਹੋਈ ਹੈ। ਚੰਚਲ ਬਾਜੀ ਬੋ ਬਲ ਭਰਿਓ। ਘੋੜੇ ਤੇ ਚੜ੍ਹ ਰਹੇ ਸਨ। ਉਹ ਘੋੜਾ ਬੜਾ ਚੰਚਲ ਸੀ ਤੇ ਬੜਾ ਬਲਵਾਨ ਸੀ। ਪਗਨ ਚਪਲਤਾ ਉਛਲਨ ਕਰਿਓ। ਆਪਣੇ ਪਿਛਲੇ ਪੈਰਾਂ ਦੇ ਬਲ ਨਾਲ ਇੱਕਦਮ ਛਾਲਾ ਮਾਰ ਕੇ ਕਦੇ ਅਗਲੇ ਪੈਰ ਚੱਕਦਾ, ਛਾਲੀ ਭਰੀ ਘੋੜੇ ਨੇ। ਨਿਕਸੇ ਵੈਰ ਮਿਆਨ ਤੇ ਹੇਰ। ਤਲਵਾਰ ਦੇ ਵਿੱਚੋਂ ਮਿਆਨ ਵਿੱਚੋਂ ਤਲਵਾਰ ਜਿਹੜੀ ਆ ਉੱਪਰ ਨੂੰ ਉਛਲ ਰਹੀ ਸੀ। ਮਹਾਰਾਜ ਨੇ ਦੇਖਿਆ ਕਿ ਮਿਆਨ ਚੋਂ ਤਲਵਾਰ ਬਾਹਰ ਆ ਰਹੀ ਹੈ। ਖੜਗ ਸੰਭਾਰਿਓ ਗੁਰ ਤਿਸ ਬੇਰ। ਸਤਿਗੁਰਾਂ ਨੇ ਆਪਣਾ ਖੜਗ ਆਪਣੀ ਤੇਗ ਸਾਂਭੀ ਉਸ ਸਮੇਂ। ਰੋਕਨ ਕੋ ਜਾਚਿਓ ਪ੍ਰਭ ਡੋਰਾ। ਮਹਾਰਾਜ ਨੇ ਸਿੱਖਾਂ ਨੂੰ ਨਾਲ ਜਿਹੜੇ ਸਿੰਘ ਸਨ ਉਹਨਾਂ ਨੂੰ ਇਸ਼ਾਰਾ ਕੀਤਾ, ਪੁੱਛਿਆ ਵੀ ਇਹ ਬੰਨਣ ਵਾਸਤੇ ਡੋਰੀ ਹੋਵੇ, ਕਿਉਂਕਿ ਤਲਵਾਰ ਨੂੰ ਜਦੋਂ ਆਪਾਂ ਮੁੱਠੇ ਨੂੰ ਮਿਆਨ ਨਾਲ ਬੰਨ੍ਹਦੇ ਆ ਡੋਰੀ ਪਾਈ ਜਾਂਦੀ। ਜਦੋਂ ਡੋਰੀ ਬੰਨਣ ਵਾਸਤੇ ਮਹਾਰਾਜ ਨੇ ਆਖਿਆ ਕਿਸੇ ਕੋਲ ਡੋਰੀ ਹੋਵੇ। ਸੁਨ ਸਭ ਸਿੱਖਨ ਕੀਨ ਟੰਡੋਰਾ। ਇੱਕ ਦੂਜੇ ਨੂੰ ਪੁੱਛਣ ਲੱਗ ਪਏ ਵੀ ਕਿਸੇ ਕੋਲ ਡੋਰੀ ਪਈ ਹੈ ਤਲਵਾਰ ਨੂੰ ਬੰਨਣ ਵਾਸਤੇ। ਖੋਜਤ ਭਲੇ ਨਹੀਂ ਜਬ ਪਾਇਓ। ਜਦੋਂ ਕਿਸੇ ਕੋਲੋਂ ਡੋਰੀ ਨਾ ਮਿਲੀ, ਸਿੱਖਨ ਤੇ ਨਾ ਕਾਜ ਸਰ ਆਇਓ। ਸਿੰਘਾਂ ਕੋਲੋਂ ਇਹ ਕੰਮ ਨਾ ਸਰਿਆ ਜਿਸ ਸਮੇਂ। ਦਇਆ ਸਿੰਘ ਤਵ ਹਿਰਦੇ ਵਿਚਾਰਾ। ਇੱਥੇ ਸੰਗਤ ਜੀ ਇਹ ਵਿਸ਼ਾ ਬਹੁਤ ਗੰਭੀਰ ਹੈ। ਭਾਈ ਦਇਆ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਅੰਮ੍ਰਿਤ ਛਕਿਆ, ਸਾਰੀ ਮਰਿਆਦਾ ਸਾਰਾ ਨਿਯਮ ਪਤਾ ਹੈ। ਭਾਈ ਦਇਆ ਸਿੰਘ ਜੀ ਆਪ ਆਪਣੇ ਰਹਿਤਨਾਮਿਆਂ ਦੇ ਵਿੱਚ ਸਾਰੀ ਜਿਹੜੀ ਰੀਤੀ ਕੁਰੀਤ ਮਰਿਆਦਾ ਦੱਸਦੇ। ਭਾਈ ਦਇਆ ਸਿੰਘ ਜੀ ਦੇ ਰਹਿਤਨਾਮੇ ਵੀ ਹਨ। ਪਰ ਉਸ ਸਮੇਂ ਗੁਰੂ ਸਾਹਿਬ ਮਹਾਰਾਜ ਦੀ ਖੇਡ ਹੀ ਐਸੀ ਸੀ ਵੀ ਸਮਾਜ ਵਿੱਚ ਜਿਹੜੇ ਲੋਕ ਅਜੇ ਕਈ ਐਸੇ ਸਿੱਖ ਸੀ ਜਿਹੜੇ ਬਾਕੀ ਬਾਹਰੀ ਤੌਰ ਤੇ ਮਹਾਰਾਜ ਸਾਹਿਬ ਜੀ ਦੇ ਕੋਲ ਤਾਂ ਰਹਿੰਦੇ ਸਨ, ਪਰ ਅੰਦਰੋਂ ਇੱਕ ਸਮਾਜਿਕ ਪ੍ਰਵਿਰਤੀ ਪਰਿਵਾਰਾਂ ਦੀ ਆਲੇ ਦੁਆਲੇ ਦੀ ਬਣੀ ਸੀ। ਕੁਝ ਕੁ ਸਾਰੇ ਨਹੀਂ, ਕੁਝ ਕੁ ਸਰੀਰ ਐਸੇ ਸੀ ਜਿਹੜੇ ਅੰਦਰੋਂ ਰੱਖਦੇ ਸੀ ਕਿ ਅਸੀਂ ਛਤਰੀ ਹਾਂ, ਹਿੰਦੂ ਧਰਮ ਚੋਂ ਹਾਂ, ਤੇ ਉਹਨਾਂ ਨੇ ਇੱਕ ਆਮ ਤੌਰ ਤੇ ਬਾਕੀ ਮਰਿਆਦਾ ਉਸੇ ਤਰ੍ਹਾਂ ਕਰਦੇ ਸੀ, ਸ਼ਸਤਰਧਾਰੀ ਸੀ, ਪਰ ਉਹਨਾਂ ਦੇ ਵਿੱਚ ਇੱਕ ਆਮ ਕੁਰੀਤ ਚੱਲ ਰਹੀ ਸੀ ਕਿ ਉਹ ਜਨੇਊ ਪਾਉਂਦੇ ਸਨ। ਜਨੇਊ ਪਾਉਣ ਵਾਲੇ ਕੁਝ ਹੈ ਸੀ, ਉਹਨਾਂ ਨੂੰ ਸਮਝਾਉਣ ਲਈ ਇਹ ਸਾਰੀ ਰਚਨਾ ਹੋਈ। ਜਾਣੀ ਜਾਣ ਸੱਚੇ ਪਾਤਸ਼ਾਹ ਆਪ ਹੀ ਇਹ ਵਿਉਂਤ ਬਣਾਈ। ਭਾਈ ਦਇਆ ਸਿੰਘ ਸਾਹਿਬ ਦੇਖੋ, ਭਾਈ ਦਇਆ ਸਿੰਘ ਜੀ ਆਪ ਇਸ ਗੱਲ ਨੂੰ ਸਮਝਾਉਂਦੇ ਹਨ, ਪਰ ਉੱਥੇ ਉਹਨਾਂ ਦਾ ਜਨੇਊ ਪਾਇਆ ਹੋਣਾ, ਉਹਦਾ ਕਾਰਨ ਅੱਗੇ ਜਾ ਕੇ ਸਾਰਾ ਪ੍ਰਸੰਗ ਖੁੱਲਦਾ ਵੀ ਕਿਉਂ, ਇਹਦਾ ਕਾਰਨ ਕੀ ਸੀ। ਭਾਈ ਦਇਆ ਸਿੰਘ ਜੀ ਨੇ ਆਪਣੇ ਹਿਰਦੇ 'ਚ ਵਿਚਾਰਿਆ ਉਸ ਸਮੇਂ, ਆਪਣੋ ਜਗਿਓ ਪਵਿੱਤ ਉਤਾਰਾ। ਭਾਈ ਦਇਆ ਸਿੰਘ ਜੀ ਆਪਣਾ ਜਨੇਊ ਉਤਾਰ ਕੇ ਡੋਰਾ ਕਰ ਕਿਰਪਾਨ ਹਿਤ ਦੀਨਾ। ਮਹਾਰਾਜ ਦੇ ਕਿਰਪਾਨ ਬੰਨਣ ਵਾਸਤੇ ਮਿਆਨ ਨੂੰ ਡੋਰੀ ਬਣਾ ਦਿੱਤੀ ਉਸ ਜਨੇਊ ਦੀ। ਸ਼੍ਰੀ ਕਲਗੀਧਰ ਪਾਵਨ ਕੀਨਾ। ਮਹਾਰਾਜ ਨੇ ਉਹ ਜਨੇਊ ਲੈ ਕੇ
ਡੋਰੀ ਕਿਰਪਾਨ ਨਾਲ ਬੰਨ ਲਈ। ਚਲ ਆਏ ਸਭ ਹੀ ਨਿਜ ਡੇਰੇ। ਜਦੋਂ ਸਾਰੇ ਵਾਪਸ ਆ ਗਏ, ਸ਼੍ਰੀ ਗੁਰ ਮੰਦਰ ਚਰੇ ਉਚੇਰੇ। ਹਜੂਰ ਸੱਚੇ ਪਾਤਸ਼ਾਹ ਆਪਣੇ ਆਸਣਾ ਤੇ ਚਲੇ ਗਏ। ਕਿਤਕ ਦੇਰ ਮੈਂ ਸਿੱਖ ਨਾ ਏਰਾ। ਕੁਝ ਕੁ ਸਿੱਖਣ ਹੇਰਾ, ਸਿੱਖਾਂ ਨੇ ਕੁਝ ਕੁ ਦੇਰ ਪਿੱਛੋਂ ਵੇਖਿਆ ਦਇਆ ਸਿੰਘ ਗਰ ਜੰਜੂ ਨਾ ਗੇਰਾ। ਸਿੱਖ ਵੇਖਦੇ ਨੇ ਵੀ ਭਾਈ ਦਇਆ ਸਿੰਘ ਜੀ ਨੇ ਗਲੇ ਵਿੱਚ ਜਨੇਊ ਨਹੀਂ ਪਾਇਆ। ਕਿਹੜੇ ਸਿੱਖ? ਜਿਹੜੇ ਅਜੇ ਉਸ ਸਮੇਂ ਤਰਕ ਕਰ ਰਹੇ ਸੀ, ਜਿਨ੍ਹਾਂ ਦੇ ਮਨ 'ਚ ਇਹ ਸੀ ਵੀ ਜਨੇਊ ਉਤਰ ਗਿਆ ਤੇ ਧਰਮ ਲੈ ਗਿਆ, ਜਨੇਊ ਉਤਰ ਗਿਆ ਤੇ ਧਰਮ ਦੂਰ ਹੋ ਜਾਏਗਾ। ਉਹਨਾਂ ਸਿੱਖਾਂ ਨੇ ਭਾਈ ਦਇਆ ਸਿੰਘ ਵੱਲ ਵੇਖ ਕੇ ਸਮੁਦਾਇਨ ਮਿਲ ਬੂਜਨ ਕਰਿਓ। ਆਪਸ ਵਿੱਚ ਇਕੱਠੇ ਹੋਏ 5-10 ਜਣੇ ਤੇ ਇਕੱਠੇ ਹੋ ਕੇ ਭਾਈ ਸਾਹਿਬ ਜੀ ਕੋਲ ਆ ਗਏ। ਪੁੱਛਣ ਲੱਗੇ, ਕਿਉਂ ਨਾ ਜਨੇਊ ਤੁਮ ਗਰ ਧਰਿਓ। ਭਾਈ ਸਾਹਿਬ ਜੀ, ਤੁਸੀਂ ਸ਼੍ਰੋਮਣੀ ਹੋ ਸਾਰੇ ਸਿੱਖਾਂ 'ਚ, ਤੁਸੀਂ ਜਨੇਊ ਲਾ ਦਿੱਤਾ। ਅਸਲ ਵਿੱਚ ਇਹ ਜਿਹੜੀ ਸਮਾਜ ਵਿੱਚ ਵਿਰਤੀ ਬਣੀ ਸੀ, ਉਹ ਸਮਝਾਉਣ ਵਾਸਤੇ ਸਾਰੀ ਖੇਡ ਹੋ ਰਹੀ ਹੈ। ਭਾਈ ਦਇਆ ਸਿੰਘ ਜਾਣੀ ਜਾਣ ਹਨ, ਕਹਿਣ ਲੱਗੇ ਵੀ ਤੁਸੀਂ ਕਿਉਂ ਇਦਾਂ ਕੀਤਾ? ਤੁਸੀਂ ਤਾਂ ਮੁਖੀ ਸਿੱਖ ਹੋ, ਤੁਹਾਨੂੰ ਨਹੀਂ ਸੀ ਜਨੇਊ ਉਤਾਰਨਾ ਚਾਹੀਦਾ। ਸੁਨਤ ਸਬਨ ਕੋ ਉੱਤਰ ਦਿਓ। ਇਹ ਸੁਣ ਕੇ ਭਾਈ ਦਇਆ ਸਿੰਘ ਜੀ ਨੇ ਸਾਰਿਆਂ ਨੂੰ ਇਹ ਜਵਾਬ ਦਿੱਤਾ, ਸਤਿਗੁਰ ਕੋ ਸਮਰਪਣ ਕੀਓ। ਕਹਿਣ ਲੱਗੇ ਜਗਿਓਪਵੀਤ। ਜਨੇਊ ਦਾ ਮਤਲਬ ਹੁੰਦਾ ਧਰਮ ਦੀ ਪ੍ਰਵੇਸ਼ਤਾ, ਧਰਮ ਵਿੱਚ ਪ੍ਰਵੇਸ਼ ਕਰਨਾ, ਧਰਮੀ ਬਣਨਾ। ਇਹ ਨਿਸ਼ਾਨੀ ਹੈ ਧਰਮੀ ਦੀ। ਜੇ ਛਤਰੀ ਬਣਨ ਲਈ ਇਹ ਨਿਸ਼ਾਨੀ ਹੈ ਤੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਸਾਨੂੰ ਛਤਰੀ ਬਣਾਇਆ, ਅਸਲ ਸੂਰਮੇ ਛਤਰੀ ਬਣਾਇਆ। ਜਿਹੜੇ ਆਮ ਤੌਰ ਤੇ ਹਿੰਦੂਆਂ ਵਿੱਚ ਛਤਰੀ ਬ੍ਰਾਹਮਣ ਵੈਸ਼ ਬਣੇ ਫਿਰਦੇ ਸਨ, ਉਹਨਾਂ ਵਿੱਚ ਨਾਮ ਦਾ ਹੀ ਛਤਰੀ ਸੀਗਾ। 10ਵੇਂ ਪਾਤਸ਼ਾਹ ਨੇ ਖਾਲਸੇ ਨੂੰ ਅਸਲ ਛਤਰੀ ਰੂਪ ਦਿੱਤਾ ਤੇ ਜਿਨ੍ਹਾਂ ਨੇ ਇਹ ਬਖਸ਼ਿਸ਼ ਕੀਤੀ ਹੈ, ਇਹ ਜਨੇਊ, ਇਹ ਜਗਿਓਪਵੀਤ, ਇਹ ਧਰਮ ਦੀ ਨਿਸ਼ਾਨੀ ਮੈਂ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤੀ ਹੈ। ਅਜਰ ਅਮਰ ਅਬ ਸੋ ਹੋਏ ਗਏਓ। ਜੇ ਉਹ ਜਨੇਊ ਮੈਂ ਪਾਉਂਦਾ, ਉਹ ਟੁੱਟ ਵੀ ਜਾਂਦਾ, ਸੜ ਵੀ ਜਾਣਾ, ਪਰ ਹੁਣ ਉਹ ਜਨੇਊ ਅਜਰ ਹੋ ਗਿਆ। ਹੁਣ ਉਹ ਧਰਮ ਦੀ ਨਿਸ਼ਾਨੀ ਪੱਕੀ ਹੈ, ਕਿਉਂਕਿ ਮੈਂ ਗੁਰੂ ਅੱਗੇ ਸਮਰਪਿਤ। ਜਿਨ੍ਹਾਂ ਨੇ ਪਹਿਲਾਂ ਹੀ ਗੁਰੂ ਅੱਗੇ ਸਮਰਪਿਤ ਕੀਤਾ ਹੋਇਆ, ਇਹ ਉਹਨਾਂ ਨੂੰ ਸਮਝਾ ਰਹੇ ਨੇ ਵੀ ਗੁਰੂ ਅੱਗੇ ਆਪਣੀ ਹਉਮੈ, ਆਪਣੇ ਧਰਮ, ਆਪਣੇ ਕਰਮ ਸਮਰਪਿਤ ਕਰ ਦਿਓ। ਇਸ ਵਿੱਚ ਨਾ ਰਹੋ ਕਿ ਮੈਂ ਧਰਮੀ ਆ, ਮੈਂ ਕਰਮੀ ਆ। ਗੁਰੂ ਨੂੰ ਸਮਰਪਿਤ ਹੋਵੋ, ਜੋ ਗੁਰੂ ਦਾ ਹੁਕਮ ਹੋਵੇਗਾ ਉਹ ਮੰਨੋ। ਭਾਈ ਸਾਹਿਬ ਕਹਿੰਦੇ ਗੁਰੂ ਅੱਗੇ ਅਸੀਂ ਸਮਰਪਿਤ ਕਰ ਦਿੱਤਾ, ਹੁਣ ਉਹ ਜਨੇਊ ਟੁੱਟਦਾ ਨਹੀਂ। ਜਿਸ ਤੇ ਕਾਜ ਗੁਰਨ ਕੋ ਪਇਓ। ਜਿਸ ਨਾਲ ਗੁਰੂ ਦਾ ਕਾਰਜ ਸੰਪੰਨ ਹੋ ਗਿਆ, ਹੋਰ ਸਾਨੂੰ ਕੀ ਚਾਹੀਦਾ ਹੈ? ਪੁਨ ਸਿੱਖਨ ਸਮਝਾਵਨ ਕਰਿਓ। ਫਿਰ ਸਿੱਖ ਜਿਹੜੇ ਸੀ ਉਹ ਆਪਣੇ ਵੱਲੋਂ ਵੀ ਨਹੀਂ ਜਨੇਊ ਧਾਰਨਾ, ਉਹ ਸਮਝਾਉਣ ਲੱਗੇ ਭਾਈ ਦਇਆ ਸਿੰਘ ਜੀ ਨੂੰ। ਭਲੋ ਪਇਓ ਗੁਰ ਕਾਰਜ ਸਰਿਓ। ਕਹਿਣ ਲੱਗੇ ਠੀਕ ਹੈ ਵੀ ਗੁਰੂ ਸਾਹਿਬ ਨੂੰ ਉਦੋਂ ਲੋੜ ਸੀ, ਤੁਸੀਂ ਲਾ ਕੇ ਦੇ ਦਿੱਤਾ, ਪਰ ਹੁਣ ਇਸ ਸਮੇਂ ਅਪਰ ਜਨੇਊ ਲੈ ਕਰ ਧਾਰੋ। ਚਲੋ ਤਾਂ ਗੁਰੂ ਸਾਹਿਬ ਨੂੰ ਵਰਤਣ ਦੀ ਲੋੜ ਸੀ, ਮਹਾਰਾਜ ਨੇ ਵਰਤ ਲਿਆ, ਹੁਣ ਤੇ ਨਵਾਂ ਜਨੇਊ ਪਾ ਲਓ ਤੁਸੀਂ। ਧਰਮ ਆਪਨੋ ਹਿਤ ਕਰ ਪਾਰੋ। ਆਪਣਾ ਇਹ ਧਰਮ ਤੇ ਪਾਲੋ ਤੁਸੀਂ ਛਤਰੀਆਂ ਵਾਲਾ। ਕਹਿ ਬੋ ਰਹੇ ਨਹੀਂ ਤਿਨ ਮਾਨਿਓ। ਉਹਨਾਂ ਨੇ ਬਹੁਤ ਕਿਹਾ, ਭਾਈ ਦਇਆ ਸਿੰਘ ਜੀ ਨੇ ਗੱਲ ਨਾ ਮੰਨੀ। ਜਾਏ ਸਿੱਖ ਗੁਰ ਸਾਥ ਬਖਾਨਿਓ। ਉਹ ਸਿੱਖ ਗੁਰੂ ਸਾਹਿਬ ਕੋਲ ਪਹੁੰਚ ਗਏ। ਸ਼੍ਰੀ ਪ੍ਰਭ ਦਇਆ ਸਿੰਘ ਨੇ ਮਾਨੇ। ਸਾਰੀ ਗੱਲ ਦੱਸੀ, ਮਹਾਰਾਜ ਭਾਈ ਦਇਆ ਸਿੰਘ ਜੀ ਸਾਡੀ ਗੱਲ ਨਹੀਂ ਮੰਨ ਰਹੇ, ਜਨੇਊ ਨਹੀਂ ਪਾ ਰਹੇ। ਨਯੋ ਆਪਨੋ ਮਤ ਕੋ ਠਾਨੇ। ਆਪਣਾ ਨਵਾਂ ਹੀ ਮਤ ਚਲਾ ਰਹੇ ਨੇ। ਹਿਤ ਡੋਰੇ ਤੁਮ ਕੋ ਤਬ ਦੀਨੋ। ਉਦੋਂ ਆਪ ਜੀ ਨੂੰ ਜ਼ਰੂਰਤ ਸੀ, ਭਾਈ ਦਇਆ ਸਿੰਘ ਜੀ ਨੇ ਜਨੇਊ ਲਾ ਕੇ ਦੇ ਦਿੱਤਾ ਸੀ। ਅਬ ਕਹੇ ਮੈਂ ਗੁਰ ਅਰਪਨ ਕੀਨੋ। ਤੇ ਹੁਣ ਕਹਿੰਦੇ ਨੇ ਕਿ ਮੈਂ ਤੇ ਗੁਰੂ ਨੂੰ ਸਮਰਪਿਤ ਕਰ ਦਿੱਤਾ ਹੈ। ਜਗਿਓ ਪਵਿੱਤ ਨ ਪਾਵਤ ਗਰ ਮੈਂ। ਸਾਡੇ ਕਹਿਣ ਤੇ ਜਨੇਊ ਨਹੀਂ ਪਾ ਰਹੇ। ਕਿਉਂ ਨਾ ਮਾਨੇ ਕਿਆ ਤਿਸ ਉਰ ਮੈਂ। ਸਮਝ ਨਹੀਂ ਆਂਦੀ ਕਿਉਂ ਨਹੀਂ ਸਾਡੀ ਗੱਲ ਮੰਨਦੇ। ਸਿੱਖਨ ਸੰਗ ਕਯੋ ਗੁਰ ਪੂਰੇ। ਪੂਰਨ ਗੁਰਦੇਵ ਸੱਚੇ ਪਾਤਸ਼ਾਹ
ਹੁਣ ਸਮਝਾਣਾ ਸੀ। ਦੇਖੋ ਵਿਧੀ ਮਹਾਰਾਜ ਕਿਵੇਂ ਬਣਾਉਂਦੇ। ਗੁਰੂ ਸਾਹਿਬ ਸਿੰਘਾਂ ਨੂੰ ਕਹਿਣ ਲੱਗੇ, ਪਹਿਰਾਵੋ ਤਿਸ ਜਾਏ ਜ਼ਰੂਰੇ। ਦੇਖੋ ਉਹਨਾਂ ਦੀ ਮੱਤ ਨੂੰ ਸਮਝਾਣਾ ਸੀ। ਮਹਾਰਾਜ ਪਹਿਲਾਂ ਉਹਨਾਂ ਵਾਲੀ ਗੱਲ ਕਰਦੇ, ਕਹਿੰਦੇ ਜਾਓ ਜ਼ਰੂਰ ਜ਼ਰੂਰ ਪਵਾਓ, ਜਨੇਊ ਤੇ ਜ਼ਰੂਰ ਪਾਣਾ ਚਾਹੀਦਾ, ਵੀ ਧਰਮ ਦਾ ਪ੍ਰਵੇਸ਼ ਘਰ। ਉਹਨਾਂ ਨੂੰ ਕਹੋ ਜਨੇਊ ਜ਼ਰੂਰ ਪਾਉਣ। ਜਿਉ ਕਿਉ ਕਰਨੀ ਕੇ ਸਮਝਾਵੋ। ਤੁਸੀਂ ਸਮਝਾਵੋ, ਜਿਵੇਂ ਕਿਵੇਂ ਭਾਈ ਦਇਆ ਸਿੰਘ ਨੂੰ ਸਮਝਾਓ ਤੁਸੀਂ ਰਲ ਕੇ। ਆਪਣੀ ਦਿਸ਼ ਤੇ ਪੈ ਦਿਖਰਾਵੋ। ਆਪਣੇ ਵੱਲੋਂ ਉਹਨਾਂ ਨੂੰ ਡਰਾਇਓ ਵੀ, ਸਮਝਾਇਓ ਚੰਗੀ ਤਰ੍ਹਾਂ, ਤੁਸੀਂ ਸਿਆਣੇ ਹੋ ਸਾਰੇ। ਸਿੱਖ ਜਾਏ ਪੁਨ ਬੋ ਸਮਝਾਇਓ। ਉਹਨਾਂ ਸਿੱਖਾਂ ਨੇ ਫਿਰ ਜਾ ਕੇ ਬੜਾ ਸਮਝਾਇਆ। ਕੈਸੇ ਕਰੇ ਆਪਨ ਮਨ ਪਾਇਓ। ਕਹਿਣ ਲੱਗੇ ਤੁਸੀਂ ਮਨ ਮਰਜ਼ੀ ਕਰਨ ਲੱਗ ਗਏ ਹੋ ਭਾਈ ਸਾਹਿਬ, ਇਹ ਕੀ ਕਰੀ ਜਾਂਦੇ ਹੋ? ਹਮ ਸਭ ਕਹੇ ਮਾਨ ਬਚ ਲੀਜੈ। ਸਾਡੇ ਸਾਰਿਆਂ ਦਾ ਕਹਿਣਾ ਮੰਨ ਲਓ ਤੁਸੀਂ। ਜਗਿਓ ਪਵਿੱਤ ਪਾਵਨੋ ਕੀਜੈ। ਇਹ ਜਨੇਊ ਪਾ ਲਓ ਤੁਸੀਂ। ਦਇਆ ਸਿੰਘ ਮਾਨੇ ਨਾ ਬਖਾਨਾ। ਭਾਈ ਦਇਆ ਸਿੰਘ ਨੇ ਉਹਨਾਂ ਦਾ ਕਿਹਾ ਨਾ ਮੰਨਿਆ। ਸੁਨੋ ਸਿੱਖ ਤੁਮ ਸਭ ਸੁਰ ਗਿਆਨਾ। ਤੇ ਕਹਿਣ ਲੱਗੇ ਐ ਸਿੱਖੋ ਤੁਸੀਂ ਸਾਰੇ ਗਿਆਨੀ ਹੋ, ਸੁਣੋ। ਮਨ ਤਨ ਤੇ ਮੈਂ ਅਰਪਨ ਠਾਨਾ। ਮੈਂ ਮਨ ਤੇ ਤਨ ਕਰਕੇ ਗੁਰੂ ਨੂੰ ਅਰਪਿਤ ਕਰ ਦਿੱਤਾ ਹੈ। ਸ਼੍ਰੀ ਗੁਰ ਕਲਗੀ ਧਰ ਬਿਦਮਾਨਾ। ਮਹਾਰਾਜ ਸੱਚੇ ਪਾਤਸ਼ਾਹ ਵਿਦਿਆਮਾਨ ਹਨ, ਉਹਨਾਂ ਕੋਲ ਹੈ ਮੇਰਾ ਜਨੇਊ, ਉਹੀ ਮੇਰੇ ਧਰਮ ਦੇ ਰੱਖਿਅਕ ਹਨ। ਸੁਨ ਸਿੱਖਨ ਗੁਰ ਸੋ ਪੁਨ ਕਹਿਓ। ਇਹ ਸੁਣ ਕੇ ਸਿੱਖ ਜਿਹੜੇ ਫਿਰ ਗੁਰੂ ਸਾਹਿਬ ਕੋਲ ਆ ਗਏ। ਮਾਨੇ ਨੈ ਨਾ ਕਰੇ ਨਿਜ ਕਹਿਓ। ਕਹਿੰਦੇ ਮਹਾਰਾਜ ਜੀ ਸਾਡਾ ਬਚਨ ਨਹੀਂ ਮੰਨ ਰਹੇ ਭਾਈ ਸਾਹਿਬ। ਸੁਨ ਕਰ ਕਲਗੀ ਧਰ ਮੁਸਕਾਨੇ। ਇਹ ਸੁਣ ਕੇ ਮਹਾਰਾਜ ਮੁਸਕਰਾ ਪਏ। ਤਿਨ ਸਿੱਖਨ ਸੋ ਬਾਕ ਬਖਾਨੇ। ਉਹਨਾਂ ਸਿੱਖਾਂ ਨੂੰ ਸਤਿਗੁਰੂ ਕਹਿਣ ਲੱਗੇ, ਮੋਏ ਨਿਕਟਿਆ ਨੋ ਅਬ ਜਾਏ। ਮਹਾਰਾਜ ਕਹਿੰਦੇ ਗੁਰਸਿੱਖੋ ਭਾਈ ਸਾਹਿਬ ਨੂੰ ਸਾਡੇ ਕੋਲ ਲੈ ਕੇ ਆਓ ਹੁਣ। ਦਇਆ ਸਿੰਘ ਕੋ ਦੇ ਸਮਝਾਏ। ਅਸੀਂ ਭਾਈ ਦਇਆ ਸਿੰਘ ਜੀ ਨੂੰ ਸਮਝਾਨੇ ਹਾਂ। ਕਿਉ ਨੈ ਪੈਰਤ ਤਿਸ ਤੇ ਸੁਨੇ। ਆਹਾ ਮਹਾਰਾਜ ਕਹਿੰਦੇ ਕਿਉਂ ਨਹੀਂ ਪਾਉਂਦੇ? ਉਹਨਾਂ ਤੋਂ ਸੁਣੀਏ ਤਾਂ ਸਹੀ, ਉਹਨਾਂ ਨੂੰ ਪੁੱਛੀਏ ਵੀ ਉਹ ਜਨੇਊ ਕਿਉਂ ਨਹੀਂ ਪਾ ਰਹੇ। ਪਹਿਲਾਂ ਕਹਿੰਦੇ ਨੇ ਵੀ ਅਸੀਂ ਸਮਝਾਉਂਦੇ ਆ, ਸੋ ਸਮਝਾਉਣਾ ਤੇ ਉਹਨਾਂ ਨੂੰ ਸੀ। ਮਹਾਰਾਜ ਕਹਿੰਦੇ ਪੁੱਛੀਏ ਤਾਂ ਸੀ ਵੀ ਭਾਈ ਸਾਹਿਬ ਜਨੇਊ ਕਿਉਂ ਨਹੀਂ ਪਾ ਰਹੇ। ਕੌਣ ਗਿਆਨ ਕੋ ਮਨ ਮੈਂ ਗੁਨੇ। ਉਹਨਾਂ ਨੇ ਆਪਣੇ ਮਨ ਵਿੱਚ ਕਿਸ ਗਿਆਨ ਨੂੰ ਗੁਣਿਆ ਹੈ, ਕਿਸ ਗਿਆਨ ਨੂੰ ਕਮਾਇਆ ਹੈ। ਗਏ ਸੋ ਤਤ ਛਿਨ ਜਾਏ ਉਚਾਰਿਓ। ਸਾਡੇ ਵਰਗੇ ਉਸੇ ਸਮੇਂ ਛੇਤੀ ਛੇਤੀ ਗਏ ਵੀ ਹੁਣੇ ਸਮਝਾਵਾਂਗੇ। ਭਾਈ ਦਇਆ ਸਿੰਘ ਜੀ ਕੋਲ ਜਾ ਕੇ ਕਹਿਣ ਲੱਗੇ, ਉਠ ਕਰ ਗਮਨੋ ਗੁਰੂ ਹਕਾਰਿਓ। ਭਾਈ ਸਾਹਿਬ ਜੀ ਛੇਤੀ ਚਲੋ, ਗੁਰੂ ਸਾਹਿਬ ਬੁਲਾਉਂਦੇ ਨੇ। ਸ਼੍ਰੀ ਮੁਖ ਕਰੇ ਭਲੇ ਫੁਰਮਾਵਨ। ਮਹਾਰਾਜ ਸਾਹਿਬ ਜੀ ਨੂੰ ਸੱਚਾ ਉਪਦੇਸ਼ ਦੇਣਗੇ। ਤਬੇ ਜਨੇਊ ਪਾਵਨ ਪਾਵਨ। ਗੁਰੂ ਸਾਹਿਬ ਦੇ ਕਹਿਣ ਤੇ ਤਾਂ ਤੁਸੀਂ ਪਾਵਨ ਜਨੇਊ ਪਾ ਲਵੋਗੇ। ਪਾਵਨ ਪਾਵਨ ਗੁਰੂ ਦੇ ਬਖਸ਼ੇ ਹੋਏ ਪਵਿੱਤਰ ਜਨੇਊ ਨੂੰ ਧਾਰੋਗੇ। ਸੁਨਤ ਦਇਆ ਸਿੰਘ ਉਠ ਪਾਖਰੋ। ਇਹ ਸੁਣ ਕੇ ਭਾਈ ਦਇਆ ਸਿੰਘ ਜੀ ਉੱਠ ਗਏ। ਜਾਏ ਪਾਏ ਪੰਕਜ ਮੈਂ ਪਰੋ। ਮਹਾਰਾਜ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਕੇ ਸਤਿਗੁਰ ਗਿਆਨੀ ਮੁਖੋਂ ਬਖਾਨੀ। ਸਤਿਗੁਰੂ ਸੱਚੇ ਪਾਤਸ਼ਾਹ ਜਾਣੀ ਜਾਣ ਆਪਣੇ ਮੁਖ ਤੋਂ ਸਵਾਲ ਪੁੱਛਦੇ ਭਾਈ ਦਇਆ ਸਿੰਘ ਨੂੰ। ਸਿੱਖਨ ਬਾਣੀ ਕਿਉਂ ਨੈ ਮਾਨੀ। ਮਹਾਰਾਜ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਸਿੱਖਾਂ ਦੀ ਗੱਲ ਕਿਉਂ ਨਹੀਂ ਮੰਨ ਰਹੇ? ਕਿਉਂ ਨਾ ਰੁਚੇ ਐਸੀ ਬਿਦ ਤੇਰੇ। ਕਿਹੜੀ ਰੁਚੀ ਹੈ ਤੁਹਾਡੇ ਮਨ ਵਿੱਚ? ਕਿਉਂ ਨਹੀਂ ਤੁਸੀਂ ਜਨੇਊ ਪਾਣ ਵਿੱਚ ਰੁਚੀ ਰੱਖਦੇ? ਰਹਿਓ ਸਦਾ ਜਿਉ ਧਾਰ ਅਗੇਰੇ। ਅੱਗੇ ਵੀ ਤਾਂ ਜਨੇਊ ਧਾਰਦੇ ਸੀ ਸਾਰੇ, ਸਭ ਸਮਾਜ ਜਨੇਊ ਪਾਉਂਦਾ ਆਇਆ। ਹੁਣ ਤੁਹਾਡੇ ਵਿੱਚ ਹਿਰਦੇ 'ਚ ਕੀ ਵਿਚਾਰ ਆਈ ਹੈ ਕਿ ਤੁਸੀਂ ਜਨੇਊ ਧਾਰ ਦਿੱਤਾ ਹੈ? ਦਇਆ ਸਿੰਘ ਕਰ ਜੋਰੇ ਉਚਾਰਾ। ਇਹ ਸੁਣ ਕੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਹੱਥ ਜੋੜ ਲਏ, ਮਹਾਰਾਜ ਅੱਗੇ ਬੇਨਤੀ ਕੀਤੀ। ਸ਼੍ਰੀ ਸਤਿਗੁਰ ਜੀ ਬਾਕ ਤੁਮਾਰਾ। ਇਹ ਸੱਚੇ ਪਾਤਸ਼ਾਹ ਇਹ ਤੇ ਹਜ਼ੂਰ ਦਾ ਬਚਨ ਹੈ,
ਆਪ ਜੀ ਦਾ ਹੀ ਇਹ ਪਾਵਨ ਬਚਨ ਹੈ। ਆਸਾ ਵਾਰ ਮਝਾਰ ਸੁਨਾਵਨ। ਆਪ ਜੀ ਨੇ ਆਸਾ ਦੀ ਵਾਰ ਦੇ ਵਿੱਚ ਇਹ ਪਾਵਨ ਬਚਨ ਸੁਣਾਇਆ ਹੋਇਆ, ਗਾਇਆ ਹੋਇਆ, ਤੇ ਅੱਜ ਤੱਕ ਸਾਰੇ ਗੁਰਸਿੱਖ ਇਹ ਸ਼ਬਦ ਸੁਣਦੇ ਹਨ। ਜਗਿਓ ਪਵੀਤ ਕਰੇ ਜਿਮ ਪਾਵਨ। ਕਿ ਜਗਿਓ ਪਵੀਤ ਕਿਵੇਂ ਦਾ ਪਾਣਾ ਹੈ, ਕਿਹੜਾ ਜਨੇਊ ਸਿੱਖ ਨੇ ਧਾਰਨ ਕਰਨਾ ਹੈ, ਇਹ ਆਪ ਨੇ ਸਮਝਾਇਆ ਹੈ। ਸੋ ਮੈਂ ਲੱਖ ਕਰ ਅਰਪਨ ਕਰਿਓ। ਉਸ ਸ਼ਬਦ ਨੂੰ ਜਾਣ ਕੇ ਹਿਰਦੇ ਵਿੱਚ ਅਸਲ ਜਨੇਊ ਪਾ ਕੇ ਮੈਂ ਇਹ ਬਾਹਰਲਾ ਜਨੇਊ ਆਪ ਨੂੰ ਸਮਰਪਿਤ ਕਰ ਦਿੱਤਾ ਹੈ। ਰਾਵਰ ਕਰੁਣਾ ਤੇ ਸੋ ਧਰਿਓ। ਆਪ ਜੀ ਦੀ ਦਇਆ ਨਾਲ ਮੈਂ ਇਸ ਗੱਲ ਨੂੰ ਜਾਣਿਆ। ਹੁਣ ਉਹ ਸਾਰੇ ਲੋਕ ਬੈਠੇ ਸੀ, ਅਸਲ ਵਿੱਚ ਉਹ ਜਿੰਨੇ ਸਿੱਖ ਨੇ ਹੁਣ ਆਲੇ ਦੁਆਲੇ ਖਲੋਤੇ ਨੇ, ਤੇ ਹੁਣ ਮਹਾਰਾਜ ਸਾਹਿਬ ਜੀ ਭਾਈ ਦਇਆ ਸਿੰਘ ਦੇ ਮੁਖ ਤੋਂ ਹੀ ਆਪ ਵੀ ਕਹਿ ਸਕਦੇ ਸਨ, ਪਰ ਅਸਲ ਵਿੱਚ ਬਿਉਂਤ ਬਣਾਈ ਹੀ ਤਾਂ ਭਾਈ ਦਇਆ ਸਿੰਘ ਆਪ ਉਹਨਾਂ ਨੇ ਰਹਿਤਨਾਮਿਆਂ ਜਿਸ ਜਨੇਊ ਦਾ, ਬਾਹਰੀ ਕਰਮਾਂ ਦਾ, ਸਭ ਦਾ ਖੰਡਨ ਕੀਤਾ, ਖਾਲਸੇ ਦੀ ਮਰਿਆਦਾ ਦੱਸੀ ਹੈ। ਸੋ ਹੁਣ ਭਾਈ ਸਾਹਿਬ ਦੇ ਸਾਹਮਣੇ ਮਹਾਰਾਜ ਸਾਹਿਬ ਜੀ ਨੇ ਜਦੋਂ ਪੁੱਛਿਆ, ਫਿਰ ਭਾਈ ਦਇਆ ਸਿੰਘ ਜੀ ਨੇ ਸ਼ਬਦ ਗਾ ਕੇ ਆਖਿਆ, ਮਹਾਰਾਜ ਇਹ ਸ਼ਬਦ ਆਪ ਜੀ ਦਾ ਹੈ। ਸ਼੍ਰੀ ਮੁਖ ਬਾਕ ਦਇਆ ਕਪਾਸਨ ਤੋਖ ਸੂਤ ਜਤ ਗੰਢੀ ਸਤ ਵਟ। ਆਪ ਜੀ ਦੀ ਬਾਣੀ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ, ਪਹਿਲੇ ਪਾਤਸ਼ਾਹ ਮਹਾਰਾਜ ਦਇਆ ਕਪਾਹ ਸੰਤੋਖ ਸੂਤ, ਦਇਆ ਕਰਨੀ ਕਿਸੇ ਸੂਤਰ ਨੂੰ। ਜਦੋਂ ਆਪਾਂ ਮਹਾਰਾਜ ਦਾ ਇਹ ਪਾਵਨ ਸ਼ਬਦ ਵੀ ਦਇਆ ਰੂਪੀ ਜਿਹੜੀ ਕਪਾਹ ਹੈ, ਰੂੰ ਲੈ, ਰੂੰ ਦੇ ਨਾਲ ਕਪਾਹ ਨਾਲ ਦਇਆ ਦੀ ਕਪਾਹ ਹੋਵੇ, ਜਿਹਦੇ ਵਿੱਚ ਦਇਆ ਦਾ ਧਰਮ ਹੋਵੇ। ਸੰਤੋਸ਼ਟੀ ਸੰਤੋਖ ਸੂਤ ਇਹਦਾ ਸੂਤਰ ਬਣਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ, ਜਤ ਦੀਆਂ ਗੰਢਾਂ ਪਾ। ਸਤ ਵਟ, ਸਤ ਬੋਲਣਾ, ਸੱਚ ਬੋਲਣਾ, ਸਤ ਨੂੰ ਧਾਰਨ ਕਰਨਾ, ਇਹੋ ਜਿਹਾ ਵਟ ਕੇ ਜਨੇਊ ਬਣਾਣਾ ਕਰ। ਇਹੋ ਜਨੇਊ ਜੀ ਕਾ ਹਈ ਤਾ ਪਾਂਡੇ ਕਤ। ਜਿਹੜਾ ਦਇਆ ਦਾ, ਸੰਤੁਸ਼ਟੀ ਦਾ, ਸੰਤੋਖ ਦਾ, ਜਤ ਦਾ, ਜਿਸ ਦੇ ਵਿੱਚ ਸੁਧ ਜਬ ਕੀ ਹਮ ਧਰੀ ਬਚਨ ਗੁਰ ਦਇਓ ਹਮਾਰੇ। ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬਲਾ ਘਟ ਥਾਰੇ। ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਬਢਈਓ। ਹੋ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ। ਇਹ ਜਤ ਦਾ ਸਰੂਪ ਸਤਿਗੁਰੂ ਜੀ ਆਪ ਜੀ ਦੀ ਬਾਣੀ ਸਿਖਾਉਂਦੀ। ਗੰਢ ਦਾ ਜਾਂ ਸਤ, ਸੱਚ ਬੋਲਣਾ, ਇਹੋ ਜਿਹੇ ਸ਼ੁਭ ਗੁਣਾਂ ਦਾ ਜਨੇਊ ਹਿਰਦੇ 'ਚ ਕਮਾ। ਬਾਹਰੀ ਜਨੇਊ ਟੁੱਟ ਸਕਦਾ, ਇਹੋ ਜਿਹਾ ਹੈ ਹਈ ਤਾਂ ਪਾਂਡੇ ਘੱਤ ਹੈ। ਪਾਂਡਿਆ ਜੇ ਇਹੋ ਜਿਹਾ ਜਨੇਊ ਹੈ ਤੇ ਦੇ। ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਪੰਡਤ ਨੂੰ ਸੁਣਾਇਆ ਸੀ ਇਹ ਸ਼ਬਦ ਮਹਾਰਾਜ ਜੀ ਨੇ, ਸੋ ਹੁਣ ਉਹੀ ਸ਼ਬਦ ਭਾਈ ਦਇਆ ਸਿੰਘ ਨੇ ਸੰਗਤ ਵਿੱਚ ਸੁਣਾਇਆ, ਤਾਂ ਕਿ ਜਿਹੜੇ ਲੋਕ ਅਜੇ ਵੀ ਭਰਮੇ ਹੋਏ ਸਨ ਉਹਨਾਂ ਨੂੰ ਸਮਝ ਆ ਜਾਵੇ। ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੇ ਨ ਜਾਏ। ਇਹ ਜਨੇਊ ਨਾ ਤੇ ਟੁੱਟਦਾ, ਨਾ ਇਹਨੂੰ ਮੈਲ ਲੱਗਦੀ ਹੈ, ਨਾ ਇਹ ਜਲਦਾ ਸੜਦਾ, ਨਾ ਹੀ ਇਹ ਕਦੇ ਜਾਵੇਗਾ। ਧੰਨ ਸੋ ਮਾਨਸ ਨਾਨਕਾ ਲੈ ਪਾਏ। ਗੁਣਾਂ ਦਾ ਆਤਮਕ ਮਨੁੱਖ ਜੋ ਇਸ ਨੂੰ ਆਪਣੇ ਗਲੇ ਵਿੱਚ ਜੀਵਨ ਸਫਲਾ। ਨਾਨਕ ਸੱਚੇ ਨਾਮ ਤਿਆ ਤਗ। ਇੱਕ ਪ੍ਰਮਾਣ ਹੋਰ ਦਿੱਤਾ, ਨਾਨਕ ਸੱਚੇ ਨਾਮ ਬਿਨ ਕਿਆ ਟਿਕ ਕਿਆ ਤੱਕ। ਜੇ ਹਿਰਦੇ ਵਿੱਚ ਸੱਚਾ ਨਾਮ ਨਹੀਂ ਤੇ ਬਾਹਰੋਂ ਧਾਰਨ ਕੀਤੇ ਹੋਏ ਟਿੱਕੇ, ਹਾਲਾਂਕਿ ਟਿੱਕਾ ਧਾਰਨ ਕੀਤਾ ਜਾਂਦਾ ਮੱਥੇ ਦੇ ਉੱਤੇ ਕਿ ਜਿਸ ਨਾਲ ਚੰਦਨ ਦੇ ਨਾਲ ਠੰਡਕਤਾ ਮਹਿਸੂਸ ਹੋਵੇ, ਪਰ ਜੇ ਉਸ ਨੂੰ ਬਾਹਰੀ ਧਰਮ ਬਣਾ ਲਿਆ ਕਿ ਟਿੱਕੇ ਪਾ ਲਏ, ਟਿੱਕੇ ਦੀ ਮਹਾਨਤਾ ਵੀ ਆਉਂਦੀ ਹੈ। 3 ਮੁਖ ਟਿੱਕੇ ਨਿਕਲ ਹੈ ਜਿਨ ਮਨ ਸੱਚਾ ਨਾਉ। ਜੇ ਫਿਰ ਤਗ ਧਾਗਾ ਵੀ ਕਾਹਦਾ, ਜਨੇਊ ਵੀ ਕਾਹਦਾ। ਸੋ ਬਾਹਰੀ ਧਰਮ ਜਿਹੜੇ ਹਨ, ਅੰਦਰ ਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ। ਧਰਮ ਕੀ ਹੈ? ਵਾਹਿਗੁਰੂ ਦੇ ਨਾਮ ਜਪਣ ਦਾ। ਉਸ ਤੋਂ ਬਿਨਾਂ ਇਹ ਤਗ, ਇਹ ਟਿੱਕਾ ਕਿਸੇ ਕੰਮ ਦਾ ਨਹੀਂ। ਸਾਹਮਣੇ ਜਿੰਨੇ ਸਿੱਖ ਬੈਠੇ ਸੀ
ਉਹਨਾਂ ਵਿੱਚ ਭਾਈ ਦਇਆ ਸਿੰਘ ਜੀ ਨੇ ਸਾਰਿਆਂ ਨੂੰ ਇਹ ਉਪਦੇਸ਼ ਦੇ ਕੇ ਸਮਝਾਇਆ। ਇਹ ਉਪਦੇਸ਼ ਕਿ ਤੁਸੀਂ ਇਹਨਾਂ ਕਰਮਾਂ ਵਿੱਚ ਨਾ ਪਾਓ, ਆਪਣੇ ਧਰਮ ਗੁਰੂ ਅੱਗੇ ਸਮਰਪਿਤ, ਜਿਹੜੀ ਗੁਰੂ ਨੇ ਗੱਲ ਕਹੀ ਹੈ, ਉਪਦੇਸ਼ ਦਿੱਤਾ, ਉਹ ਕਮਾਓ। ਤੇ ਮਰਿਆਦਾ ਉਹਨਾਂ ਨੂੰ ਸਿਖਾਈ। ਆਪ ਸੰਗਤ ਜੀ ਮਰਿਆਦਾ 'ਚ ਪੂਰਨ ਸਨ। ਜਦੋਂ ਉਹਨਾਂ ਨੇ ਜਨੇਊ ਉਤਾਰਿਆ, ਇਹਦਾ ਮਤਲਬ ਇਹ ਨਹੀਂ ਵੀ ਉਹ ਜਨੇਊ ਪਾਉਂਦੇ ਹੋਣਗੇ, ਇਹ ਵੀ ਲੀਲਾ ਹੀ ਸੀ, ਕਿਉਂਕਿ ਮਹਾਂਪੁਰਸ਼ ਜਿਹੜਾ ਉਹ ਕਈ ਵਾਰੀ ਸਮਾਜ ਨੂੰ ਦਿਸ਼ਾ ਦੇਣ ਲਈ ਇਹੋ ਜਿਹੇ ਕਾਰਜ ਕਰਦੇ। ਸੋ ਐਸੇ ਪਰਉਪਕਾਰੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ ਇਹ ਪਾਵਨ ਪ੍ਰਸੰਗ, ਜੋ ਉਪਦੇਸ਼ ਦੇ ਕੇ ਸਿੱਖਾਂ ਨੂੰ ਸੱਚੇ ਜਨੇਊ ਦਾ ਗਿਆਨ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੜੇ ਪ੍ਰਸੰਨ ਹੁੰਦੇ। ਅਗਲੇ ਪਾਵਨ ਪ੍ਰਸੰਗ ਸਤਿਗੁਰੂ ਜੀ ਦੇ ਖਾਲਸੇ ਪੰਥ ਦੇ ਮਹਾਰਾਜ ਦੇ ਸਿੰਘਾਂ ਦੇ ਆਪ ਜੀ ਅਗਲੇ ਪ੍ਰਕਰਨ 'ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ।